ਜਿਹੜੇ ਬੰਦੇ 2-2 ਹਜ਼ਾਰ ਰੁਪਏ 2400 ਰੁਪਏ ਕੁਆਂਟਲ ਦਾ ਡਾਇਆ ਪਾਉਂਦੇ ਆ ਤੇ ਆਪ ਦਾ ਘਰ ਆਪਦੇ ਜੇ ਕਿਸੇ ਪਰ 50 60 10 ਡੰਗਰ ਵੀ ਆ ਤੇ ਉਹ ਆਪਦੀ ਖੇਤੀ ਵਧੀਆ ਕਰ ਸਕਦਾ, ਇਹੀ ਖਾਦ ਪਾਓ। ਤੇ ਕਿੰਨੀ ਕਦੀ ਪ੍ਰੋਡਕਸ਼ਨ ਹੁੰਦੀ ਹੈ, ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਤੇ ਕਿਹੜਾ ਅਗਲਾ ਇਹਨੂੰ ਕਿੱਦੇ ਪੱਧਰ ਤੋਂ ਸ਼ੁਰੂ ਕਰ ਸਕਦਾ? ਸਾਨੂੰ ਗੋਹਾ 15 ਦਿਨ ਪੁਰਾਣਾ ਚਾਹੀਦਾ। 15 ਦਿਨ ਜਦੋਂ ਪੁਰਾਣਾ ਹੈਗਾ ਗੋਹਾ ਤੇ ਉਹਦੇ ਉੱਪਰ ਅਸੀਂ ਕਚੂਏ ਛੋੜ ਦੇਣੇ ਤੇ ਕਚੂਏ ਨਾਲ ਫਿਰ ਆਪਣਾ 65 ਦਿਨਾਂ ਦੇ ਵਿੱਚ 70 ਦਿਨਾਂ ਦੇ ਵਿੱਚ ਉਹ ਤਿਆਰ ਕਰ ਦੇਣਾ। 10 ਬਾਈ 5 ਦਾ ਇੱਕ ਆ, ਇਹਦੇ ਵਿੱਚ ਅਸੀਂ ਕਚੂਏ 35 ਕਿਲੋ ਛੱਡੇ ਹੋਏ ਆ। ਇੱਕ ਦੇ ਵਿੱਚ 35 ਕਿਲੋ ਛੱਡੇ ਹੋਏ ਕੈਚੂਏ ਨੇ ਇੱਕ ਵਾਰੀ ਗੋਹਾ ਖਾ ਲਿਆ ਤੇ ਉਹ ਕੰਪੋਸਟ ਬਣ ਗਿਆ, ਉਹਦੇ ਵਿੱਚੋਂ ਚਾਹ ਪੱਤੀ ਬਣ ਗਈ। ਉਹਦਾ ਡਲਾ ਬਣਨਾ ਹੀ ਨਹੀਂ, ਜਿਸ ਤਰ੍ਹਾਂ ਉਹ ਸਾਹਮਣੇ ਤੁਹਾਡੇ ਪਿਆ। ਨੂੰ ਪਤਾ ਕਿੱਦਾਂ ਲੱਗੇ ਵੀ ਆਹ ਮਾਲ ਵਧੀਆ ਆ ਜਾਂ ਆਹ ਮਾਲ ਉਹ ਹੈਗਾ ਆ ਪੱਧਰ ਦਾ ਹੈਗਾ ਆ? ਖਰਚੇ ਘਟਾ ਰਹੇ ਆ, ਪੈਦਾਵਾਰ ਅਸੀਂ ਵਧਾ ਰਹੇ ਆ, ਇਹ ਸਾਡੀ ਕਾਮਯਾਬੀ ਹੈ। ਹਰ ਟਾਈਮ ਜਾਣੀ ਮਨ ਦੇ 'ਚ ਇਹੀ ਵਾਲਾ ਸੀਗਾ ਵੀ ਆਪਣੇ ਵਤਨ 'ਚ ਜਾ ਕੇ ਕਰੀਏ। ਸੋ ਮੈਂ ਆਇਆ ਆ ਕੇ ਮੈਂ ਜ਼ਮੀਨ ਖਰੀਦੀ, ਜ਼ਮੀਨ ਖਰੀਦ ਕੇ ਮੈਂ 50-60 ਡੰਗਰ ਵੀ ਰੱਖੇ, ਵਰਮੀ ਕੰਪੋਸਟ ਦਾ ਮੈਂ ਲਾਇਆ। ਜਿਹੜੇ ਇਲਾਕੇ 'ਚ ਤੁਸੀਂ ਹੁਣ ਜ਼ਮੀਨ ਲਈ ਹੈ, ਅੱਗੇ ਲੋਕ ਇੱਥੋਂ ਜ਼ਮੀਨਾਂ ਵੇਚ ਕੇ ਭੱਜਦੇ ਸੀ ਵੀ ਇੱਥੇ ਕਿਹੜਾ ਦਰਿਆ ਹੈ ਮਾਰੂ ਜ਼ਮੀਨਾਂ ਨੇ। ਆਪਣਾ ਲਾਲੜੂ ਦੇ ਪਾਸੇ 2 ਟਰੱਕ ਪਲਟੇ ਹੋਏ ਸੀ। ਜਦੋਂ ਮੈਂ ਪੜ੍ਹਿਆ ਫਿਰ ਮਨ ਦੇ 'ਚ ਵੈਸੇ ਹੀ ਵਾਲਾ ਉੱਠਿਆ ਕਿ ਕਿਉਂ ਨਾ ਕਿਸੇ ਦੀ ਜਾਨ ਬਚਾਈ ਜਾਵੇ, ਕੁਛ ਧਰਮ ਦਾ ਕੰਮ ਵੀ ਕਰ ਲਈਏ। ਤਾਂ ਅੱਜ ਤੱਕ ਤਾਂ ਪਤਾ ਨਹੀਂ ਕਿਹੜੇ ਕਰੇ ਕਿਹੜੇ ਨਹੀਂ ਕਰੇ। ਮੈਂ ਲਾਲੜੂ ਗਿਆ, ਲਾਲੜੂ ਤੋਂ ਮੈਂ 2 ਟਰੱਕ ਛੜਾ ਕੇ ਲਿਆਇਆ ਡਬਲ ਪੈਸੇ ਦੇ ਕੇ। ਜਿਹੜੀ ਤੁਸੀਂ ਫੀਡ ਲਿਆਉਂਦੇ ਆ, ਕੋਈ ਖੰਨੇ 'ਤੇ ਲਿਆਉਂਦਾ, ਕਿਤੇ 'ਤੇ ਵੀ ਲਿਆਉਂਦੇ ਆ, ਇੱਥੇ ਤੁਹਾਡੇ ਇਲਾਕੇ ਦੇ 'ਚ ਵੀ ਲੱਗੀ ਵੀ ਇੱਥੇ ਚੌੜੀਆਂ ਕਰਕੇ ਇਹ ਯੂਰੀਆ ਪਾਉਂਦੇ ਆ। ਅੱਜ ਜਿਹੜੀ ਜ਼ਮੀਨ ਆ ਅਮਲੀ ਬਣੀ ਹੋਈ ਆ, ਉਹਨੂੰ ਅਮਲ ਪਣੇ ਨੂੰ ਤੋੜਨੇ ਨੂੰ ਤਾਂ ਹੀ ਤਾਂ ਜਿਹੜਾ ਕੋਈ ਪੰਜਾਬ ਐਗਰੋ ਜਾਂ ਕੋਈ ਵੀ ਆ ਔਰਗੈਨਿਕ 3 ਸਾਲ ਬਾਅਦ ਕਾਹਤੇ ਬਣਦਾ। ਭਈ ਜਦੋਂ ਮੈਂ ਨਵਾਂ ਬਾਈ ਮਾਰਦੇ ਯੂਰੀਏ ਦਾ ਛੱਟਾ, ਚਲੋ ਮੈਂ ਕਿਹਾ ਟਿੱਕੇ ਮੇਲਾ ਦੇਖੋ ਜਰਾ। ਤੇ ਭਈਆਂ ਨੂੰ ਸਾਰਾ ਕੁਛ ਇਹਨਾਂ ਨਾਲ ਸੰਭਾਲਿਆ ਵਾ, ਘਰ-ਬਾਰ ਵੀ ਸੰਭਾਲਿਆ ਵਾ, ਖੇਤੀ ਵੀ ਸੰਭਾਲੀ ਵੀ ਆ। ਦੇਖੋ ਜੀ ਕੰਮ ਬਿਲਕੁਲ ਵੀ ਮਾੜਾ ਨਹੀਂ ਹੈਗਾ। ਬੰਦਾ ਮਾੜਾ ਆਪਣਾ ਵਤਨ ਆ। ਜਦੋਂ ਪੈਸੇ ਨਹੀਂ ਸੀਗੇ ਬਾਹਰ ਰਹਿ ਲਏ ਸੀਗੇ, ਹੁਣ ਪੈਸੇ, ਹੁਣ ਅਸੀਂ ਖੁਦ ਮਾਲਕ ਬਣ ਗਏ ਜਦੋਂ ਅਸੀਂ ਮਜ਼ਦੂਰ ਸੀਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅੰਨਦਾਤਾ ਤੇ ਅੱਜ ਮੈਂ ਹੋਇਆ ਪਿੰਡ ਸ਼ੇਰਪੁਰ ਬਸਤੀਆਂ। ਸੁੱਚਾ ਸਿੰਘ ਪਾਵਲਾ ਜੀ ਉਹਨਾਂ ਦੇ ਫਾਰਮ ਤੇ ਅਸੀਂ ਆਏ ਹੋਏ ਹਾਂ। ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ, ਨਾਲ ਸਤਲੁਜ ਦਾ ਦਰਿਆ ਏ। ਸ਼ੇਰਪੁਰ ਬਸਤੀਆਂ ਦੀ ਜ਼ਮੀਨ ਦੇ ਵਿੱਚ ਇਹਨਾਂ ਦਾ ਫਾਰਮ ਬਣਿਆ ਹੋਇਆ। ਖਾਸ ਤੌਰ 'ਤੇ ਜਿੱਥੇ ਪਹੁੰਚ ਕਰਨੀ ਹੋਵੇ ਤਾਂ ਚਮਕੌਰ ਸਾਹਿਬ ਤੋਂ ਬੇਲਾ ਪਰੰਪਰ ਦਾ ਜਿਹੜਾ ਰੋਡ ਆ ਉਸ ਤੋਂ ਰਾਹੀਂ ਇੱਥੇ ਆਇਆ ਜਾ ਸਕਦਾ। ਆਉਣ ਦੀ ਵਜ੍ਹਾ ਇਹ ਰਹੀ ਕਿ 2007-08 ਤੋਂ ਇੱਥੇ ਇਹ ਵਰਮੀ ਕੰਪੋਸਟ ਦਾ ਕੰਮ ਕਰਦੇ ਆ ਰਹੇ ਨੇ, ਗੰਡੋਇਆਂ ਦੀ ਖਾਦ ਬਣਾਉਂਦੇ ਨੇ ਤੇ ਉਸ ਦੇ ਨਾਲ 2016-17 ਤੋਂ ਆਰਗੈਨਿਕ ਜਿਹੜੀ ਫਾਰਮਿੰਗ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਬਕਾਇਦਾ ਪੰਜਾਬ ਐਗਰੋ ਵਾਲਿਆਂ ਦਾ ਫਾਰਮ ਰਜਿਸਟਰ 25 ਏਕੜ ਦੇ ਵਿੱਚ ਤਕਰੀਬਨ ਇਹਨਾਂ ਦਾ ਰਕਬਾ, ਜਿਸ ਵਿੱਚ ਇਹ ਜੈਵਿਕ ਖੇਤੀ ਕਰਦੇ ਨੇ ਤੇ ਨਾਲ ਦੀ ਨਾਲ ਵਰਮੀ ਕੰਪੋਸਟ ਦਾ ਕੰਮ ਵੀ ਕਰਦੇ ਨੇ, ਕਿਉਂਕਿ ਕਾਫੀ ਜ਼ਿਆਦਾ ਜਿਹੜੀ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਜਿਹਦੇ ਨਾਲ ਦੀ ਨਾਲ ਵਰਮੀ ਕੰਪੋਸਟ ਤੋਂ ਵੀ ਚੰਗੀ ਇਨਕਮ ਕਰਦੇ ਨੇ। ਸੋ ਕਿੱਦਾਂ ਖੇਤੀ ਕਰਦੇ ਨੇ, ਵਰਮੀ ਕੰਪੋਸਟ ਦਾ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਆ, ਕਿਸ ਤਰ੍ਹਾਂ ਇਹਨੂੰ ਤਿਆਰ ਕੀਤਾ ਜਾਵੇ, ਕਿਹੜੇ ਗੰਡੋਏ ਨੇ, ਉਹਦੀ ਗੱਲਾਂ ਬਾਤਾਂ ਕਰਾਂਗੇ। ਫਿਲਹਾਲ ਫਾਰਮ ਤੇ ਆਪਾਂ ਗੇੜਾ ਮਾਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਅੱਜ ਸੋ ਮੇਰੇ ਨਾਲ ਨੇ ਸਰਦਾਰ ਸੁੱਚਾ ਸਿੰਘ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੰਨਦਾਤਾ ਵਿੱਚ। ਸੁੱਚਾ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ। ਤੁਸੀਂ ਵਿਦਿਨ ਇਨ ਪੰਜਾਬ ਤੋਂ ਆਏ ਆ, ਬੜੀ ਦੂਰ ਤੋਂ ਆਏ, ਚੱਲ ਕੇ ਆਏ ਆ। ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਸ਼ੁਕਰੀਆ। ਹੈਗੇ ਤਾਂ ਤੁਸੀਂ ਸਾਡੇ ਨੇੜੇ ਸੀਗੇ, ਪਰ ਲੱਭਣ ਨੂੰ ਸਾਨੂੰ ਟਾਈਮ ਲੱਗ ਗਿਆ। ਦੀਵੇ ਥੱਲੇ ਅੰਧੇਰਾ ਹੋ ਜਾਂਦਾ ਨਾ। ਇਹ ਤਾਂ ਗੱਲ ਹੈ, ਸਾਨੂੰ 2 ਸਾਲ ਹੋ ਗਏ ਨੇ ਪ੍ਰੋਗਰਾਮ ਕਰਦਿਆਂ ਨੂੰ, ਪਰ ਜਦੋਂ ਹੁੰਦਾ ਯਾਰ ਵੀ ਅੱਛਾ ਇੱਥੇ ਨੇੜੇ ਸੀਗੇ ਤਾਂ ਫਿਰ ਬੜਾ ਅਫਸੋਸ ਜਿਹਾ ਵੀ ਹੁੰਦਾ। ਤੇ ਖੈਰ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਲੰਮਾ ਅਰਸਾ ਹੋ ਗਿਆ, 2000 ਦੇ ਕਰੀਬ 2000 ਸਨ 'ਚ ਤੁਸੀਂ ਉਰੇ ਜ਼ਮੀਨ ਖਰੀਦੀ, 2007 ਤੋਂ ਜਿਹੜਾ ਮਤਲਬ ਤੁਸੀਂ ਵਰਮੀ ਕੰਪੋਸਟ ਦਾ ਕੰਮ, ਜੈਵਿਕ ਖੇਤੀ ਕਰਦੇ ਆ ਰਹੇ ਹੋ ਤੇ ਨਾਲ ਦੀ ਕਿੰਨੀਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਆਪਾਂ ਕਰਾਂਗੇ। ਖੈਰ, ਜਿਹੜੇ ਅੱਡ ਅੱਡ ਪਾਰਟ ਨੂੰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਿਹੜੀ ਸ਼ੁਰੂਆਤ ਕਰੂੰਗਾ ਵਰਮੀ ਕੰਪੋਸਟ ਤੋਂ ਕਰੂੰਗਾ।
ਵੀ ਇਹ ਕੰਮ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਕਿ ਖੇਤੀਬਾੜੀ ਦੇ ਲਈ ਕਿੰਨਾ ਕੁ ਫਾਇਦੇਮੰਦ ਹੈ, ਤੇ ਤੁਹਾਡਾ 2007 ਤੋਂ ਲੈ ਕੇ ਹੁਣ ਤੱਕ ਦਾ ਤਜਰਬਾ ਇਹਦੇ ਸੰਬੰਧੀ ਕੀ ਕਹਿੰਦਾ? ਹਾਂਜੀ, ਮੇਰਾ ਤਜਰਬਾ ਇਹਦੇ 'ਚ ਇਹ ਹੈ ਜੀ, ਜਿਹੜੇ ਬੰਦੇ 2-2 ਹਜ਼ਾਰ ਰੁਪਈਆ 2400 ਰੁਪਏ ਕੁਆਂਟਲ ਦਾ ਡਾਇਆ ਪਾਉਂਦੇ ਆ, ਤੇ ਆਪ ਦਾ ਘਰ ਆਪਦੇ ਜੇ ਕਿਸੇ ਪਾ 50 60 10 ਡੰਗਰ ਵੀ ਆ, ਤੇ ਉਹ ਆਪਦੀ ਖੇਤੀ ਵਧੀਆ ਕਰ ਸਕਦਾ। ਇਹੀ ਖਾਦ ਪਾਓ, ਨਾਲੇ ਤੁਹਾਡੀ ਜ਼ਿੰਦਗੀ ਵਧੀਆ ਨਿਕਲੂਗੀ ਤੇ ਹੋਰਾਂ ਦੀ ਵੀ ਜ਼ਿੰਦਗੀ ਬਚਾਓ। ਤੇ ਜਿਹੜੇ ਡਾਏ ਤੁਸੀਂ ਇੰਨੇ ਮਹਿੰਗੇ ਪਾਉਂਦੇ, ਲੋੜ ਹੀ ਨਹੀਂ ਹੈਗੀ। ਇਹਦੇ ਵਿੱਚ ਫਿਰ ਮੁਨਾਫਾ ਬੜਾ। ਅਗਰ ਤੁਹਾਡੇ ਕੋਲ 50,000 ਰੁਪਈਆ ਹੈ, ਫਰਜ਼ ਕਰੋ 50,000 ਰੁਪਈਆ, ਤੁਸੀਂ ਉਸ 'ਤੇ ਕੰਮ ਚਾਲੂ ਕਰ ਲਓ। ਗਾਹਾਂ ਨੂੰ ਤੁਸੀਂ ਲੱਖ ਰੁਪਏ ਦਾ ਚਾਲੂ ਕਰ ਦਿਓ, ਅਗਲੀ ਵਾਰੀ 1.5 ਦਾ ਕਰ ਦਿਓ, ਅਗਲੀ ਵਾਰ 2 ਦਾ ਕਰ ਦਿਓ, ਤੁਹਾਡੇ ਸਾਰੇ ਟੱਬਰ ਦੀ ਰੋਟੀ ਚੱਲਦੀ ਹੈ। ਤੇ ਹੁਣ ਜਿਵੇਂ ਤੁਹਾਨੂੰ ਕਾਫੀ ਲੰਮਾ ਅਰਸਾ ਹੋ ਗਿਆ ਹੈ, ਤੇ ਇਹਦੀਆਂ ਜਿਹੜੀਆਂ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ ਇਹਦੇ ਬਾਰੇ ਵੀ ਕਿਹੜੇ ਮਤਲਬ ਜਿਹੜੇ ਵਿੱਚ ਗੰਡੋਏ ਆਪਾਂ ਪਾਉਨੇ ਆ ਉਹ ਕਿਹੜੇ ਚੀਜ਼ ਉਹਦੇ ਰੱਖਣੇ ਚਾਹੀਦੇ ਨੇ, ਕਿਉਂਕਿ ਉਹਦੇ ਵਿੱਚ ਵੀ ਕਾਫੀ ਵੈਰਾਈਟੀਆਂ ਨੇ, ਤੇ ਕਿੰਨੀ ਕਿਹਦੀ ਪ੍ਰੋਡਕਸ਼ਨ ਹੁੰਦੀ ਹੈ, ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਤੇ ਕਿਹੜਾ ਅਗਲਾ ਇਹਨੂੰ ਕਿੱਦੇ ਪੱਧਰ ਤੋਂ ਸ਼ੁਰੂ ਕਰ ਸਕਦਾ? ਹਾਂਜੀ, ਇਹ ਜਿਹੜੇ ਆ, ਇਹ ਅਸੀਂ ਰੈੱਡ ਬੰਬ ਪਾਏ ਹੋਏ, ਆਸਟ੍ਰੇਲੀਆ ਦਾ ਇਹ ਕਚੂਆ ਹੈ, ਤੇ ਇਹ 60 ਦਿਨਾਂ 'ਚ ਤਿਆਰ ਕਰਦਾ ਇਸ ਖਾਦ ਨੂੰ। ਅਗਰ ਤੁਸੀਂ ਅੱਜ ਗੋਹਾ ਪਾਉਂਦੇ ਆ ਨਾ, ਤਾਂ 15 ਦਿਨ ਗੋਹਾ ਪੁਰਾਣਾ ਚਾਹੀਦਾ। 60-65 ਦਿਨਾਂ ਦੇ ਵਿੱਚ ਇਹ ਬਣ ਕੇ ਤਿਆਰ ਕਰ ਦਿੰਦਾ। ਫਿਰ ਅਸੀਂ ਇਸ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿੰਦੇ ਹਾਂ। ਠੀਕ ਹੈ, ਤਾਂ ਇਦਾਂ ਰੱਖੇ ਹੋਏ ਨੇ ਵੀ ਜਿਵੇਂ ਆ ਤੁਸੀਂ ਹੁਣ ਰॉ ਜਿਹੜਾ ਸਿੰਪਲ ਗੋਹਾ ਉਹ 'ਚ ਰੱਖਤਾ ਆ, ਤੇ ਇਹਨੂੰ ਇਹਦੇ ਵਿੱਚ 60 ਦਿਨ ਪੁਰਾਣਾ ਕਰਨਾ ਰੱਖ ਕੇ? ਨਹੀਂ ਜੀ, ਨਹੀਂ। ਗੋਹਾ ਸਿਰਫ ਸਾਨੂੰ ਚਾਹੀਦਾ 15 ਦਿਨ ਪੁਰਾਣਾ। ਮਾਫੀ ਚਾਹੁੰਦਾ, 15 ਦਿਨ ਸਾਨੂੰ ਗੋਹਾ 15 ਦਿਨ ਪੁਰਾਣਾ ਚਾਹੀਦਾ। 15 ਦਿਨ ਜਦੋਂ ਪੁਰਾਣਾ ਹੈਗਾ ਗੋਹਾ, ਤੇ ਉਹਦੇ ਉੱਪਰ ਅਸੀਂ ਕਛੂਏ ਛੋੜ ਦੇਣੇ ਆ। ਠੀਕ ਹੈ, ਤੇ ਕਛੂਏ ਨਾਲ ਫਿਰ ਆਪਣਾ 65 ਦਿਨਾਂ ਦੇ ਵਿੱਚ, 70 ਦਿਨਾਂ ਦੇ ਵਿੱਚ ਉਹ ਤਿਆਰ ਕਰ ਦੇਣਾ। ਉਹ 15 ਦਿਨ ਪੁਰਾਣਾ ਤਦ ਪਾਇਆ ਜਾਂਦਾ, ਕਿਉਂਕਿ ਪਹਿਲਾਂ ਗੋਹੇ ਦੇ ਵਿੱਚ ਗੈਸ ਹੁੰਦੀ ਆ। ਠੀਕ ਹੈ, ਅਗਰ ਉਹ ਥੋੜਾ ਠੰਡਾ ਹੋ ਜਾਊਗਾ ਤਾਂ ਕਛੂਏ ਮਰੂਗੇ ਨਹੀਂ, ਕਿਉਂਕਿ ਇਹਨੂੰ ਜਿਹੜਾ ਟੈਂਪਰੇਚਰ ਹੈ ਨਾ 25 ਜਾਂ 28 ਦੇ ਵਿੱਚ ਚਾਹੀਦਾ। ਠੀਕ ਹੈ। ਤੇ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਕਾਫੀ ਜ਼ਿਆਦਾ ਬਣ ਗਿਆ ਆ, ਤੇ ਕਈਆਂ ਨੇ ਹੁਣ ਪਲਾਸਟਿਕ ਵਾਲੇ ਬੈਗ ਵੀ ਦਿੱਤੇ ਜਾਂਦੇ ਨੇ ਹਨਾ, ਉਹਦਾ ਵੀ ਕਈ ਵਾਰ ਵੀ ਰੌਲਾ ਹੈ ਵੀ ਉਹਦੇ ਵਿੱਚ ਉਨੀ ਗਰੋਥ ਨਹੀਂ ਹੁੰਦੀ, ਜਾਂ ਤੁਸੀਂ ਇਸ ਤਰ੍ਹਾਂ ਪੱਕੇ ਬਣਾਏ ਹੋਏ ਨੇ, ਇਹਦਾ ਕੋਈ ਫਰਕ ਹੈ, ਡਿਫਰੈਂਸ? ਹਾਂਜੀ, ਜਿਹੜੇ ਅਸੀਂ ਪੱਕੇ ਬਣਾਏ ਹੋਏ ਆ, ਇਸ ਦੇ ਵਿੱਚ ਥੱਲੇ ਅਸੀਂ ਸੀਮੈਂਟ ਨਹੀਂ ਪਾਇਆ ਵਾ ਹੈਗਾ, ਸਿਰਫ 15 ਇੰਚ ਦਾ ਸੀਮੈਂਟ ਪਾਇਆ ਵਾ, ਕਿਉਂਕਿ ਇਹ ਨੀਚੇ ਮਤਲਬ ਨਾ ਵੜ ਸਕੇ। ਤੇ ਕੱਚਾ ਵੀ ਜਿਹੜਾ ਪਾਣੀ ਉੱਪਰ ਲਓ ਵਿੱਚ ਸਿੰਮੀ ਜਾਵੇ। ਅਗਰ ਵਿੱਚ ਪਾਣੀ ਖੜੇਗਾ ਤਾਂ ਉਹ ਫਿਰ ਵੀ ਮਰ ਜਾਊਗਾ, ਕਿਉਂਕਿ ਜ਼ਿਆਦਾ ਗਿੱਲਾ ਹੋ ਜਾਏਗਾ। ਤਾਂ ਹੀ ਉਹ ਪਲਾਸਟਿਕ ਵਾਲੇ ਨੇ ਜਿਹੜੇ ਉਹ ਕਾਮਯਾਬ ਨਹੀਂ ਹੈਗੇ। ਵਾਲੇ ਕਾਮਯਾਬ ਹੈ ਨਹੀਂ, ਇੱਕ ਤਾਂ ਉਹਨਾਂ ਨੇ ਗਰਮਾਈ ਪੈਦਾ ਕਰ ਦੇਣੀ ਆ, ਕਚੂਆ ਮਰ ਜਾਊਗਾ। ਕਾਮਯਾਬ ਇਹੀ ਆ, ਅਸੀਂ ਉੱਪਰ ਸ਼ੈੱਡ ਪਾਇਆ ਵਾ, ਉੱਪਰ ਸ਼ਾਵਰ ਲੱਗੇ ਹੋਏ ਆ ਪਾਣੀ ਦੇ ਪੱਤੇ। ਪਲਾਸਟਿਕ ਵਾਲੇ ਤਾਂ ਫੈਲ ਨੇ, ਉਹ ਪਲਾਸਟਿਕ ਵਾਲੇ ਉਹ ਪਾਉਂਦੇ ਆ ਵੀ ਖਰਚਾ ਨਹੀਂ ਕਰਦੇ ਹੈ, ਉਹ ਟੈਂਪਰੇਰੀ ਬਣਾ ਲੈਂਦੇ। ਕੋਈ ਪਰਾਲੀ ਪਾਈ ਜਾਂਦਾ, ਕੋਈ ਕੁਝ ਪਾਈ ਜਾਂਦਾ, ਇਹ ਜਣੀ ਆਪਣੇ ਆ। ਮੇਰੇ ਪਾਸ ਇੱਕ ਜੱਜ। ਇਹ ਫਿਰ ਬਲੌਕ ਕਿੰਨੇ ਬਾਈ ਕਿੰਨੇ ਦੇ ਬਣਾਉਣੇ ਪੈਂਦੇ ਨੇ? ਫਿਰ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਵੀ ਇੰਨਾ ਕਿਲੋ ਕੇਚੂਆ ਜਿਹੜਾ ਇੰਨਾ ਕਿਲੋ ਗੰਡੋਆ ਉਹਦੇ ਵਿੱਚ ਛੱਡਣਾ। ਹਾਂਜੀ, ਹੁਣ ਇਹ ਜਿਹੜੇ ਆ ਆਪਣੇ ਪਾਸ 10 ਬਾਈ 5 ਦਾ ਬਣਾਏ ਆ, ਇੱਕ ਬਲੌਕ ਆ, 10 ਬਾਈ 5 ਦਾ ਇੱਕ ਆ। ਇਹਦੇ ਵਿੱਚ ਅਸੀਂ ਕਚੂਏ 35 ਕਿਲੋ ਛੱਡੇ ਹੋਏ ਆ। ਠੀਕ ਹੈ, ਇੱਕ ਦੇ ਵਿੱਚ 35 ਕਿਲੋ ਛੱਡੇ ਹੋਏ ਆ। 35 ਕਿਲੋ ਇਹਨਾਂ ਫਨੇ। ਫਿਰ ਆ ਜਿਹੜਾ ਗੋਹਾ ਉਹ ਕਿੰਨਾ ਕੁ ਰੱਖਣਾ ਪੈਂਦਾ? ਇਹ ਗੋਹਾ ਪੂਰਾ ਭਰਤਾ। ਠੀਕ ਹੈ, ਗੋਹਾ ਤੁਸੀਂ ਜਿੰਨਾ ਮਰਜ਼ੀ ਉੱਪਰ ਤੱਕ ਭਰ ਦਿਓ, ਕਿਉਂਕਿ ਉਹ ਕੈਚੂਏ ਨਾ ਉੱਪਰ ਤੇ ਥੱਲੇ ਨੂੰ ਖਾਂਦੇ ਜਾਣਾ। ਠੀਕ ਹੈ। ਕੋਈ ਵੀ ਚੀਜ਼ ਆ, ਕੋਈ ਗੰਦਗੀ ਤਾਂ ਨਹੀਂ ਖਾਊਗਾ ਕੋਈ, ਇੱਕ ਵਾਰੀ ਖਾ ਕੇ ਕੱਢ ਦੇਣਗੇ। ਜਿਸ ਤਰ੍ਹਾਂ ਬੰਦਾ ਖਾ ਕੇ ਦੁਬਾਰਾ ਨਹੀਂ ਉਹ ਚੀਜ਼ ਨੂੰ ਖਾਂਦਾ, ਇਸੇ ਤਰ੍ਹਾਂ ਇੱਕ ਵਾਰੀ ਖਾਂਦੇ, ਉਹ ਕੰਪੋਸਟ ਬਣ ਗਈ, ਉਹਦੇ 'ਚ 21 ਧਾਨਤਾਂ ਬਣ ਗਈਆਂ। ਤੇ ਫਿਰ ਡਬਲ ਕਿੰਨੇ ਖੋ ਜਾਂਦੇ? ਹੁਣ ਮੰਨ ਲਾ ਅਗਲਾ ਕਹਿੰਦਾ ਵੀ ਚਲੋ ਮੈਂ ਬਾਲੇ ਨਹੀਂ ਖਰੀਦਣੇ, ਇੱਕ ਵਾਰ ਉਹ 35 ਕਿਲੋ ਤੋਂ ਲੈ ਲੈਂਦਾ, ਜਾਂ ਉਹ ਤੋਂ ਬਾਅਦ ਫਿਰ ਉਹ ਕਿੰਨੇ ਚਿਰ 'ਚ ਡਬਲ ਗਰੋਥ ਵਿੱਚ ਕਰ ਜਾਂਦੇ ਨੇ? ਹਾਂਜੀ, ਅਗਰ ਤੁਹਾਡੀ ਦੇਖਭਾਲ ਪੂਰੀ ਆ, ਸਹੀ ਆ, ਇਹ ਮਸ਼ੀਨਰੀ ਵਿੱਚ ਆਉਂਦੇ ਆ। ਇਹਨਾਂ ਦਾ ਇਹੀ ਕੰਮ ਆ, ਬੱਚੇ ਹੀ ਬਸ ਪੈਦਾ ਕਰਨੇ ਆ। ਇਹ ਮਤਲਬ ਕਿ ਜੇ ਜ਼ਿਆਦਾ ਨਹੀਂ ਤਾਂ 2 ਮਹੀਨੇ ਦੇ ਵਿੱਚ ਡਬਲ ਵੀ ਹੋ ਜਾਂਦੇ ਆ। 2 ਮਹੀਨੇ 'ਚ 35 ਕਿਲੋ ਤੋਂ ਇੱਕ ਉਹਦੇ ਵਿੱਚ ਹੋ ਜਾਂਦੇ, ਅਗਰ ਤੁਹਾਡੀ ਸਹੀ ਦੇਖਭਾਲ ਆ। ਅੱਛਾ, ਨਹੀਂ ਦੇਖਭਾਲ ਤਾਂ ਇਹ ਮਰ ਵੀ ਜਾਂਦੇ। ਦੇਖਭਾਲ ਦੇ ਵਿੱਚ ਤੁਸੀਂ ਕਿਵੇਂ ਕਹਿੰਦੇ ਹੋ, ਕਿਹੜੀਆਂ ਗੱਲਾਂ? ਸਭ ਤੋਂ ਬੜੀ ਗੱਲ ਇਹ ਹੈ ਜੀ, ਗੋਹਾ ਸਹੀ ਚਾਹੀਦਾ, ਗੋਹਾ ਪੁਰਾਣਾ ਨਹੀਂ ਚਾਹੀਦਾ। ਜੇ ਅਗਰ ਪੁਰਾਣਾ ਗੋਹਾ ਹੋਊਗਾ ਤਾਂ ਉਹਦੇ 'ਚ ਗੰਦਗੀ ਪੈਦਾ ਹੋ ਜਾਂਦੀ ਆ। ਗੋਹਾ ਪਿਓਰ ਚਾਹੀਦਾ, ਕਾਕੰਡਾ ਵਿੱਚ ਨਹੀਂ ਚਾਹੀਦਾ, ਬਿਲਕੁਲ ਪਿਓਰ ਗੋਹਾ ਚਾਹੀਦਾ ਇਹਨਾਂ ਦੇ ਵਾਸਤੇ। ਤੇ ਅਗਰ ਪਿਓਰ ਗੋਹਾ ਹੋਊਗਾ ਤਾਂ ਉਸ ਨੂੰ ਉਹ ਵਧੀਆ ਖਾਓਗੇ, ਜਾਣੀ ਕਿ ਵਧੀਆ ਜਲਦੀ ਹੀ ਖਾਓਗੇ ਉਹਦੇ ਵਿੱਚ। ਅੱਛਾ, ਦੂਈ ਗੱਲ ਹੋਰ ਆ, ਇਹਨਾਂ ਦੀ ਜਿਹੜੀ ਨਰਮਾਈ ਆ, ਉਹ ਇਹ ਉੱਪਰ ਤੇ ਨਰਮ ਰਹਿਣਾ ਚਾਹੀਦਾ। ਅਗਰ ਉਹ ਸੁੱਕ ਗਿਆ, ਇੱਕ ਤਾਂ ਉਹ ਉਹਦੇ 'ਚ ਡਲੀ ਬਣ ਜੂਗੀ। ਅਗਰ ਸੁੱਕ ਗਿਆ ਨਾ, ਉਹਦੇ 'ਚ ਡਲੀ ਬਣ ਜਾਣੀ ਆ। ਡਲੀ ਬਣ ਗਈ, ਉਹ ਜਿੱਦਾਂ ਆਪਣਾ ਪਾਥੀਆਂ ਬਣ ਜਾਂਦੀਆਂ, ਉਹ ਬਣ ਜਾਂਦੀਆਂ। ਅਗਰ ਨਰਮਾਈ ਹੋਊਗੀ, ਉਹ ਪਿਓਰ ਖਾਂਦਾ ਜਦੋਂ ਕੈਚੂਏ ਨੇ ਇੱਕ ਵਾਰੀ ਗੋਹਾ ਖਾ ਲਿਆ
ਤੇ ਉਹ ਕੰਪੋਸਟ ਬਣ ਗਿਆ, ਉਹਦੇ ਵਿੱਚੋਂ ਚਾਹ ਪੱਤੀ ਬਣ ਗਈ, ਉਹਦਾ ਡਲਾ ਬਣਨਾ ਹੀ ਨਹੀਂ ਜਿਸ ਤਰ੍ਹਾਂ ਉਹ ਸਾਹਮਣੇ ਤੁਹਾਡੇ ਪਿਆ। ਤੇ ਇਹ ਸਾਡੇ ਪਾਸ ਪਈ ਆ ਢੇਰੀ ਬਣੀ ਵੀ, ਇਹਨੂੰ ਚਾਹੇ ਮਹੀਨਾ ਰੱਖ ਲਓ 2 ਮਹੀਨੇ ਰੱਖ ਲਓ ਤੇ ਇਹਦੇ 'ਚ ਡਲੀ ਬਣਨੀ, ਕਿਉਂਕਿ ਖਾ ਕੇ ਨਿਕਲ ਗਿਆ। ਤੇ ਇਹਨੂੰ ਜਿਵੇਂ ਤੁਸੀਂ ਵੈਟ ਕਰਨ ਦੇ ਲਈ, ਨਰਮਾਈ ਰੱਖਣ ਦੇ ਲਈ ਡ੍ਰਿਪ ਫੁਹਾਰੇ ਲਾਏ ਹੋਏ ਨੇ, ਤਾਂ ਜੇ ਮਤਲਬ ਕਿਸੇ ਨੇ ਫੁਹਾਰੇ ਨਹੀਂ ਲਾਏ ਤਾਂ ਕਿੱਦਾਂ ਪਾਣੀ ਦਾ ਕਿਵੇਂ ਕਰਨਾ ਪੈਂਦਾ? ਹਾਂਜੀ, ਉਹ ਅਸੀਂ ਪਾਈਪ ਵੀ ਲਾਇਆ ਵਾ, ਠੀਕ ਹੈ, ਪਾਈਪ ਦੇ ਨਾਲ ਛਿੜਕ ਦਿਓ ਜਿੱਦਾਂ ਆਪਾਂ ਘਾਹ ਦੇ ਪਰ ਛਿੜਕ ਦਿੰਦੇ। ਫਿਰ ਵੀ ਉਹ ਗੱਲ ਉਹੀ ਆ, ਇਹ ਅਸੀਂ ਟਾਈਮ ਬਚਾਉਣ ਦੇ ਵਾਸਤੇ, ਕਿਉਂਕਿ ਸਾਡਾ ਏਰੀਆ ਜ਼ਿਆਦਾ ਤੇ ਇਹਨਾਂ ਨਾਲ ਪ੍ਰੋਪਰ ਪਾਣੀ ਵੱਜ ਜਾਂਦਾ। ਤੇ ਇਹ ਆਪਣਾ ਇਹਦਾ ਵੀ ਪਾਈਪ ਦਾ ਵੀ ਉਹੀ ਕੰਮ ਆ। ਫਿਰ ਤੁਸੀਂ ਇਹਦੇ ਨਾਲ ਖਾਦ ਦੇ ਨਾਲ ਮਾੜਾ ਮੋਟਾ ਜੇ ਕਿਸੇ ਨੇ ਗੰਡੋਏ ਲੈਣੇ ਹੋਣ ਉਹ ਵੀ ਤੁਸੀਂ ਉਹ ਦਿੰਦੇ ਹੋ? ਕੀ ਰੇਟ ਵਗੈਰਾ? ਹਾਂਜੀ, ਕੱਲ ਵੀ ਮੇਰੇ ਕੈਚੂਏ ਫਰੀਦਾਬਾਦ ਗਏ ਆ। ਅੱਛਾ, ਉਸ ਤੇ ਪਿਛਲੇ ਹਫਤੇ ਸ਼ਾਮਲੀ ਗਏ ਆ, ਤੇ ਪਹਿਲਾਂ ਇੱਥੇ ਮਾਜਰੀ ਲਾਇਆ ਉਹ ਲੈ ਕੇ ਗਏ ਆ। ਮੇਰੇ ਤੇ ਦੂਰ ਦੂਰ ਦੇ ਲੋਕੀ ਲੈ ਕੇ ਜਾਂਦੇ ਆ। ਬਹੁਤ ਵਧੀਆ ਗੱਲ ਹੈ, ਕਿਉਂਕਿ ਇਹ ਸਾਈਡ ਇਨਕਮ ਵੀ ਆ ਤੇ ਦੂਜੇ ਨਾਲ ਦੀ ਨਾਲ ਤੁਹਾਨੂੰ ਆਪਣੀ ਜਿਹੜੀ ਐਡੇ ਨੇ ਮਹਿੰਗੇ 1200-1300 ਰੁਪਏ ਨੂੰ ਡਾਈਆ ਹੋ ਗਿਆ, ਉਹਦੇ ਨਾਲੋਂ ਤਾਂ ਚੰਗਾ ਇਹ ਆ। ਦੇਖੋ ਜੀ, ਸਾਡੀ ਜਿਹੜੀ ਕਾਮਯਾਬੀ ਆ ਖੇਤੀ ਦੀ, ਸਾਡੀ ਕਾਮਯਾਬੀ ਇਹੀ ਆ, ਉਹੀ ਜ਼ਿਮੀਂਦਾਰ, ਉਹੀ ਕੋਈ ਬਿਜ਼ਨਸਮੈਨ, ਉਹੀ ਕੋਈ ਵੀ ਬੰਦਾ ਚਾਹੇ ਤੁਸੀਂ ਲਾ ਲਓ ਵੀ ਘੱਟ ਖਰਚੇ ਦੇ ਵਿੱਚ ਉਹਨੂੰ ਮੁਨਾਫਾ ਕਿਵੇਂ ਜ਼ਿਆਦਾ ਕਮਾਇਆ ਜਾਵੇ। ਅਸੀਂ ਖਰਚਿਆਂ ਨੂੰ ਘਟਾਉਂਦੇ ਆ ਤੇ ਖਰਚੇ ਘਟਾ ਰਹੇ ਆ, ਪੈਦਾਵਾਰ ਅਸੀਂ ਵਧਾ ਰਹੇ ਆ, ਇਹ ਸਾਡੀ ਕਾਮਯਾਬੀ ਆ। ਤੇ ਸੁੱਚਾ ਸਿੰਘ ਜੀ, ਚੱਲ ਇਹ ਤਾਂ ਆਪਾਂ ਨੇ ਤੁਹਾਡਾ ਜਿਹੜਾ ਮੇਨ ਕੰਮ ਮੈਨੂੰ ਸੀਗਾ ਵੀ ਇੱਥੇ ਪਹੁੰਚੀ ਆ ਦੇਖੀ ਉਹਦੇ ਬਾਰੇ ਗੱਲਬਾਤ, ਪਰ ਨਾਲ ਦੀ ਨਾਲ ਜਿਹੜਾ ਤੁਹਾਡਾ ਜ਼ਿੰਦਗੀ ਦਾ ਸੰਘਰਸ਼ ਹੈ ਉਹ ਵੀ ਇੱਕ ਆਪਣੇ ਆਪ 'ਚ ਇੱਕ ਵੱਡੀ ਕਹਾਣੀ ਹੁੰਦੀ ਹੈ। ਵੀ ਪਹਿਲਾਂ ਤੁਸੀਂ ਕਹਿ ਦਈਏ ਕੰਮਕਾਰ ਦੇ ਲਈ ਵਿਦੇਸ਼ 'ਚ ਗਏ ਸੀਗੇ, ਫਿਰ ਵਾਪਸ ਆ ਕੇ ਕਿਹਾ ਵੀ ਚਲੋ ਖੇਤੀ ਕਰ ਲਈਏ, ਇਹ ਕਿੱਦਾਂ ਸਬੱਬ ਬਣਿਆ ਤੇ ਇਹ ਫਾਰਮ ਫਿਰ ਕਿੱਦਾਂ ਬਿਲਟ ਕਰ ਲਿਆ ਤੁਸੀਂ? ਹਾਂਜੀ, ਇਹ ਤੁਹਾਡੀ ਗੱਲ ਬੜੀ ਵਧੀਆ ਗੱਲ ਆ। ਮੈਂ ਜੀ ਛੋਟਾ ਹੁੰਦਾ ਪਹਿਲੀ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਬਾਹਰ ਚਲਾ ਗਿਆ। ਬਾਹਰ ਮੈਂ ਵਿਦੇਸ਼ ਦੇ ਵਿੱਚ 20 ਸਾਲ ਕੰਮ ਕਰਿਆ। 20 ਸਾਲ ਕੰਮ ਜਦੋਂ ਮੈਂ ਕਰ ਲਿਆ, ਕੁਛ ਮੇਰੇ ਪਾਸ ਪੈਸੇ ਹੋ ਗਏ, ਮੈਂ ਸੋਚਿਆ ਵੀ ਕਿਉਂ ਨਾ ਆਪਣੇ ਵਤਨ ਦੇ ਵਿੱਚ ਜਾ ਕੇ ਕੁਛ ਕਰਿਆ ਜਾਵੇ। ਹਰ ਟਾਈਮ ਜਾਣੀ ਮਨ ਦੇ 'ਚ ਇਹੀ ਵਾਲਾ ਸੀਗਾ ਵੀ ਆਪਣੇ ਵਤਨ 'ਚ ਜਾ ਕੇ ਕਰੀਏ। ਸੋ ਮੈਂ ਆਇਆ, ਆ ਕੇ ਮੈਂ ਜ਼ਮੀਨ ਖਰੀਦੀ, ਜ਼ਮੀਨ ਖਰੀਦ ਕੇ ਮੈਂ 50-60 ਡੰਗਰ ਵੀ ਰੱਖੇ, ਬਰਮੀ ਕੰਪੋਸਟ ਦਾ ਮੈਂ ਲਾਇਆ, ਇਹ ਸਾਰੇ ਪ੍ਰੋਜੈਕਟ ਲਾਏ ਤੇ ਮੇਰੀ ਜਾਣੀ ਰੱਬ ਦੀ ਨਜ਼ਰ ਸਿੱਧੀ ਰਹੀ ਤੇ ਮੈਂ ਕਾਮਯਾਬ ਹੋ ਗਿਆ। ਹੋਰ ਹੈ ਵੀ ਜਿਹੜੇ ਇਲਾਕੇ 'ਚ ਤੁਸੀਂ ਹੁਣ ਜ਼ਮੀਨ ਲਈ ਹੈ, ਅੱਗੇ ਲੋਕ ਇੱਥੋਂ ਜ਼ਮੀਨਾਂ ਵੇਚ ਕੇ ਭੱਜਦੇ ਸੀ ਵੀ ਇੱਥੇ ਕਿਹੜਾ ਦਰਿਆ ਹੈ ਮਾਰੂ ਜ਼ਮੀਨਾਂ ਨੇ, ਦੂਜਾ ਰੇਤਾ ਹੈ। ਹੁਣ ਤਾਂ ਚਲੋ ਰੇਤੇ ਵਾਲੇ ਖੇਤ ਲੱਭਦੇ ਨਹੀਂ ਹੈਗੇ ਤਾਂ ਉਹ ਸਮੇਂ ਦੇ ਵਿੱਚ ਲੋਕਾਂ ਨੇ ਜ਼ਮੀਨ ਮਤਲਬ ਕਹਿੰਦੇ ਵੀ ਇੱਥੋਂ ਛੱਡ ਕੇ ਆਪਾਂ ਕਿਤੇ ਹੋਰ ਵਸਦੇ, ਤੁਸੀਂ ਇੱਥੇ ਆ ਕੇ ਲਈ। ਨਹੀਂ, ਤੁਸੀਂ ਤਾਂ ਇਹ ਵੀ ਕਹਿ ਰਹੇ ਆ ਵੀ ਠੀਕ ਆ, ਉਹ ਤਾਂ ਜ਼ਮੀਨ ਦੀ ਗੱਲ ਕਰਦੇ ਆ। ਜਦੋਂ ਮੈਂ ਇੱਥੇ ਪੱਪੂ ਲਾਉਣਾ ਚਾਲੂ ਕਰੇ, ਲੋਕੀ ਪੱਟਦੇ ਸੀ ਵੀ ਪੱਟ ਕੇ ਥੋੜਾ ਯਾਦ ਹੋਣਾ 2000 ਦੇ 'ਚ 2000 ਉਹਦੇ 'ਚ ਆਪਣਾ 2006-07 ਦੇ ਵਿੱਚ ਲੋਕੀ ਪੱਟ ਕੇ ਗੁਰਦੁਆਰੇ 'ਚ ਸੱਟ ਤੇ ਅਸੀਂ ਲਾਉਂਦੇ ਸੀ ਤੇ ਅਸੀਂ ਤਾਂ ਕਾਮਯਾਬ ਹੋ ਗਏ। ਉਹ ਪੱਟ ਕੇ ਉਹ ਕਰ ਲਈ। ਉਦੋਂ ਤਾਂ ਫਿਰ ਜ਼ਮੀਨ ਦਾ ਰੇਟ ਵੀ ਕੁਛ ਨਹੀਂ ਸੀ, ਹੁਣ ਤਾਂ ਫਿਰ ਰੇਟ ਵੀ ਕਹਿ ਦਈਏ ਪੂਰਾ ਵੱਧ ਗਏ। ਰੇਟ ਤਾਂ ਜੀ ਅਸੀਂ ਇਹ ਲਈ ਸੀਗੀ ਸਾਰੀ ਉਹ 3 ਲੱਖ ਦੇ ਹਿਸਾਬ ਦੇ ਨਾਲ 32 ਕਿੱਲੇ। ਹਾਂਜੀ, ਫਿਰ ਇਹ ਦੁਬਾਰਾ 50 ਨੂੰ ਵੀ ਹੋ ਲਈ। ਕਾਂਗਰਸ ਦੀ ਸਰਕਾਰ 'ਚ ਮੁੜ ਕੇ ਕਹਿੰਦੇ ਨੇ ਵੀ ਪਿਛਲੇ ਸਾਲ ਤੇ ਕਹਿੰਦੇ ਵੀ ਕਾਂਗਰਸ ਦੀ ਸਰਕਾਰ ਲਿਆਉਨੇ ਆ, ਰੇਟ ਉਹੀ ਮੁੜ ਕੇ ਵਾਜੂਗਾ, ਪਰ ਗੱਲ ਬਣੀ ਨਹੀਂ। ਹੁਣ ਉਹ ਮਾਛਵਾੜੇ ਲੋਕਾਂ ਨੇ ਪਲਾਟ ਲੈ ਲਏ, ਕਲੋਨੀਆਂ ਨੇ ਵੀ ਲੈ ਲਈਆਂ, ਮੇਰੇ ਪਾਸ ਵੀ ਹੈਗਾ ਤੇ ਚਲੋ ਇੱਕ ਅੱਧੀ ਤੇ ਤਾਂ ਗੱਲ ਕੁਛ ਨਹੀਂ ਹੁੰਦੀ, ਲੇਕਿਨ ਉਹ ਥੱਲੇ ਲੱਗ ਗਏ। ਹੋਰ ਵੀ ਗੱਲ ਮੈਂ ਜਦੋਂ ਤੁਹਾਡੇ ਆਰਟੀਕਲ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇਹ ਹੈ ਵੀ ਜਦੋਂ ਚਲੋ ਆਪਾਂ ਨੇ ਖੇਤੀ ਕਰਨੀ ਹੈ, ਜੱਟ ਜ਼ਿਮੀਂਦਾਰਾਂ ਦਾ, ਕਿਸਾਨਾਂ ਦਾ ਇਹ ਹੈ ਵੀ ਨਾਲ ਤੁਹਾਡੇ ਕੋਲ ਪਸ਼ੂ ਧਨ ਜ਼ਰੂਰ ਹੋਣਾ ਚਾਹੀਦਾ, ਮੱਝਾਂ ਗਿਆ ਬਿਨਾਂ ਗੱਲ ਨਹੀਂ ਬਣਦੀ ਹੈ ਨਾ। ਉਹਦੇ ਨਾਲ ਜਿਵੇਂ ਤੁਸੀਂ ਦੱਸਿਆ ਵੀ ਖੇਤ ਜਿਹੜੇ ਮੈਂ ਉਹ ਕਹੂੰਗਾ ਵੀ ਕਿਵੇਂ ਤੁਹਾਡਾ ਸਬੱਬ ਬਣਿਆ ਮੱਝਾਂ ਲੈਣ ਦਾ, ਤੇ ਇੱਕ ਪਾਸੇ ਤੋਂ ਫੰਡਰਾਂ ਸੀਗੀਆਂ, ਉਹਦੇ ਬਾਰੇ ਸਾਨੂੰ ਦੱਸੋ। ਮੱਝਾਂ ਲੈਣ ਦਾ ਤਾਂ ਕੋਈ ਸਬੱਬ ਹੈ ਹੀ ਨਹੀਂ ਸੀ ਜੀ, ਬਿਲਕੁਲ ਹੀ। ਮੈਂ ਤਾਂ ਇੱਕ ਵਾਰੀ ਅਖਬਾਰ ਪੜ੍ਹ ਰਿਹਾ ਸੀ, ਪੰਜਾਬੀ ਟ੍ਰਿਬਿਊਨ ਮੈਂ ਅਕਸਰ ਪੜ੍ਹਦਾ ਕਿਉਂਕਿ ਪੰਜਾਬੀ ਆਪਣੀ ਮਾਂ ਬੋਲੀ ਵੀ ਆ, ਅੱਛਾ ਲੱਗਦਾ। ਮੈਂ ਉੱਥੇ ਝੂਲੇ ਤੇ ਬੈਠੇ ਪੜ੍ਹ ਰਿਹਾ ਸੀ, ਆਪਣਾ ਲਾਲੜੂ ਦੇ ਪਾਸੇ 2 ਟਰੱਕ ਪਲਟੇ ਹੋਏ ਸੀ। ਜਦੋਂ ਮੈਂ ਪੜ੍ਹਿਆ ਫਿਰ ਮਨ ਦੇ 'ਚ ਵੈਸੇ ਹੀ ਵਾਲਾ ਉੱਠਿਆ ਕਿ ਕਿਉਂ ਨਾ ਕਿਸੇ ਦੀ ਜਾਨ ਬਚਾਈ ਜਾਵੇ, ਕੁਛ ਧਰਮ ਦਾ ਕੰਮ ਵੀ ਕਰ ਲਈਏ। ਤਾਂ ਅੱਜ ਤੱਕ ਤਾਂ ਪਤਾ ਨਹੀਂ ਕਿਹੜੇ ਕਰੇ ਕਿਹੜੇ ਨਹੀਂ ਕਰੇ। ਮੈਂ ਲਾਲੜੂ ਗਿਆ, ਲਾਲੜੂ ਤੋਂ ਮੈਂ 2 ਟਰੱਕ ਛੜਾ ਕੇ ਲਿਆਇਆ ਡਬਲ ਪੈਸੇ ਦੇ ਕੇ, ਤੇ ਇੱਥੇ ਮੈਂ ਪਿੰਡਾਂ ਦੇ ਵਿੱਚ ਬੰਦੇ ਛੱਡਤੇ ਆ, ਤੇ ਪਿੰਡਾਂ ਦੇ ਬੰਦੇ ਛੱਡੇ ਵੀ ਜੋ ਵੀ ਮਤਲਬ ਕਿ ਕਰਾਉਸ ਆ ਮੁਸਲਮਾਨਾਂ ਨੂੰ ਵੇਚ ਰਹੇ ਆ, ਉਹਨਾਂ ਨੂੰ ਲਿਆਓ, ਜ਼ਿਮੀਂਦਾਰ ਭੇਜੇ। ਤੇ ਮੈਂ ਇੱਥੇ ਲੈ ਕੇ ਆਇਆ, ਫਾਰਮ ਬਣਾਇਆ, ਬੜੇ ਸ਼ੈੱਡ ਪਾਏ ਆ, ਤੇ ਮੇਰਾ ਰੱਬ ਨੇ ਸਾਥ ਦਿੱਤਾ। ਸਾਰੀਆਂ ਹੀ ਮਤਲਬ ਕਿ ਆਪਦੇ ਅੱਡ ਦੁੱਧ ਦੇ ਰਹੀਆਂ ਘਰਾਂ ਦੇ ਵਿੱਚ। ਗੱਲ ਇਹੀ ਹੈ ਨਾ ਜੀ ਵੀ ਦੇਖੋ ਅੱਜ ਦੇ ਸਮੇਂ ਦੇ ਵਿੱਚ ਪਿਛਲੇ ਕੁਝ ਕੁ ਸਾਲਾਂ ਤੋਂ ਜਦੋਂ ਤੋਂ ਆਪਾਂ ਖੇਤਾਂ 'ਚ ਜ਼ਹਿਰਾਂ ਪਾਉਣ ਲੱਗੇ ਹਾਂ, ਉਦੋਂ ਤੋਂ ਬਿਮਾਰੀਆਂ ਇਨਸਾਨਾਂ ਦੇ ਅੰਦਰ,
ਪੰਜਾਬੀਆਂ ਦੇ ਅੰਦਰ ਤੇ ਨਾਲ ਦੀ ਨਾਲ ਜਾਨਵਰਾਂ ਦੇ ਅੰਦਰ ਵੀ ਚਲ ਗਈਆਂ। ਜਿਵੇਂ ਹੁਣ ਵੱਡੇ ਵੱਡੇ IVF ਸੈਂਟਰ ਖੁੱਲ੍ਹੇ ਹੋਏ ਨੇ ਜੀ, ਜਵਾਕ ਨਹੀਂ ਹੋ ਰਹੇ, ਉਹੀ ਹਾਲ ਜਾਨਵਰਾਂ ਦਾ। ਕਿਉਂਕਿ ਇਹਨਾਂ ਕੋਲ ਤਾਂ ਡਾਇਰੈਕਟ ਯੂਰੀਆ ਜਿਹੜਾ ਆਪਾਂ ਖੇਤਾਂ 'ਚ ਪਾਇਆ ਉਹ ਜਾਂਦਾ, ਉਹਦੇ ਨਾਲ ਫਿਰ ਉਹ ਫੰਡਰ ਹੋ ਜਾਂਦੀਆਂ ਤੇ ਉਹ ਚੀਜ਼ਾਂ ਤੇ ਤੁਸੀਂ ਦੱਸਿਆ ਬਾਅਦ ਦੇ ਵਿੱਚ ਤੁਹਾਡੇ ਕੋਲ ਆ ਕੇ ਉਹ ਸਾਰੀਆਂ ਗੱਭਣ ਵੀ ਹੋ ਗਈਆਂ। ਦੂਜਾ ਇਹ ਹੈ ਜੀ, ਜਿਹੜੀ ਤੁਸੀਂ ਕਹਿੰਦੇ ਨਾ ਬਈ ਫਸਲਾਂ ਦੇ ਵਿੱਚ, ਇੱਕ ਫਸਲਾਂ ਦੇ ਵਿੱਚ ਨਹੀਂ ਯੂਰੀਆ ਹੈਗਾ, ਜਿਹੜੀ ਤੁਸੀਂ ਫੀਡ ਲਿਆਉਂਦੇ ਆ, ਕੋਈ ਖੰਨੇ ਤੇ ਲਿਆਉਂਦਾ, ਕਿਤੇ ਤੇ ਵੀ ਲਿਆਉਂਦੇ ਆ, ਇੱਥੇ ਤੁਹਾਡੇ ਇਲਾਕੇ ਦੇ ਵਿੱਚ ਵੀ ਲੱਗੀ ਵੀ ਇੱਥੇ ਚੌੜੀਆਂ ਕਰਕੇ ਇਹ ਯੂਰੀਆ ਪਾਉਂਦੇ ਆ। ਫੀਡ ਦੇ ਵਿੱਚ ਯੂਰੀਆ ਨਿਰੀ ਜ਼ਹਿਰ ਆ। ਅਗਰ ਤੁਸੀਂ ਬਿਨਾਂ ਯੂਰੀਏ ਤੇ ਪੱਠੇ ਖਾਣਗੇ, ਔਰਗੈਨਿਕ ਦੇ ਪੱਠੇ ਖਾਣਗੇ, ਕੁਦਰਤੀ ਆਪਣੇ ਆਪ ਠੀਕ ਹੋ ਜਾਓਗੇ। ਫਿਰ ਉਹ ਫੈਟ ਜਿਹੜੀ ਫਿਰ ਯੂਰੀਆ ਕਰਕੇ ਵੱਧਦੀ ਹੈ ਡੰਗਰਾਂ ਦੀ, ਫੈਟ ਯੂਰੀਏ ਤੇ ਵੱਧਦੀ ਆ, ਯੂਰੀਏ ਤੇ ਵੱਧਦੀ ਆ। ਤਾਂ ਹੀ ਫਿਰ ਅਗਲਾ ਕਹਿੰਦਾ ਵੀ ਫਲਾਣੀ ਜਗ੍ਹਾ ਤੋਂ ਅਸੀਂ ਖਾਦ ਲੈ ਕੇ ਆਏ ਸੀ ਤੇ ਖਾਦ ਦੇ ਨਾਲ ਸਾਡੀ ਗੈਂ ਤੇ ਮੱਝ ਦੀ ਜਿਹੜੀ ਆ ਉਹ ਫੈਟ ਵੱਧ ਗਈ ਆ। ਇਹ ਜਿਹੜੀਆਂ ਬਿਮਾਰੀਆਂ ਤਦ ਹੀ ਆ। ਹੁਣ ਤੁਸੀਂ ਆ ਮੇਰੇ ਪਾਸ ਫਰਜ਼ ਕਰੋ ਇੱਕ ਛੋਟੀ ਜਿਹੀ ਮੂਲੀ ਪਾਲ ਕੇ ਖੜੀ ਆ, ਤੁਸੀਂ ਇਹ ਵੀ ਖਾ ਕੇ ਦੇਖ ਲਓ, ਦੂਈ ਵੀ ਖਾ ਕੇ ਦੇਖ ਲਓ, ਤੁਹਾਡੇ ਮੂੰਹ ਨੇ ਸਵਾਦ ਦੇ ਦੇਣਾ, ਜੀਭ ਨੇ। ਫਿਰ ਇਹ ਨਾਲ ਦੀ ਨਾਲ ਜਿਵੇਂ ਕਹਿ ਦਈਏ ਤੁਹਾਡਾ ਜਿਹੜਾ ਫਾਰਮ ਹੈ ਇਹ ਤੁਸੀਂ ਕਹਿ ਰਹੇ ਪੂਰਾ ਜੈਵਿਕ ਵੀ ਆ, ਪੰਜਾਬ ਐਗਰੋ ਦੇ ਨਾਲ ਤੁਸੀਂ ਰਜਿਸਟਰ ਵੀ ਕਰਵਾਇਆ ਹੈ, ਜ਼ਹਿਰਾਂ ਨਹੀਂ ਪਾਉਂਦੇ, ਖੁਦ ਦੀਆਂ ਖਾਦਾਂ ਨੇ, ਤਾਂ ਫਿਰ ਜੈਵਿਕ ਖੇਤੀ ਦੇ ਵੱਲ ਨੂੰ ਕਿੱਦਾਂ ਮਨ ਬਣਿਆ, ਕਿੱਦਾਂ ਸੋਚਿਆ? ਕਿਉਂਕਿ ਦੂਜੇ ਪਾਸੇ ਤਾਂ ਜਿਹੜੇ ਕਿਸਾਨ ਸੀਗੇ ਉਹ ਤਾਂ ਵੱਧ ਪ੍ਰੋਡਕਸ਼ਨ ਲੈਣ ਦੇ ਲਈ ਕਦੇ ਡਾਈ, ਕਦੇ ਸਪਰੇਹਾਂ, ਕੀਟਨਾਸ਼ਕ ਅੱਖਾਂ ਨੂੰ ਮਾਰਨ ਦੇ ਲਈ, ਤੇ ਤੁਸੀਂ ਇੱਧਰ ਇਹ ਚੀਜ਼ ਨੂੰ ਚੁਣਿਆ, ਇਹ ਕਿੱਦਾਂ ਮਨ ਬਣਿਆ? ਮਤਲਬ ਇਹ ਵੀ ਜਿਸ ਤਰ੍ਹਾਂ ਮੇਰਾ ਮਨ ਬਣਿਆ ਸੀ, ਮੇਰਾ ਜਿਹੜਾ ਕੁਦਰਤੀ ਜੋ ਕੋਈ ਮਨ ਮੰਨ ਜਾਵੇ ਫਿਰ ਮੈਂ ਉਹ ਕੰਮ ਨੂੰ ਕਰ ਲੈਂਦਾ। ਜਿਸ ਤਰ੍ਹਾਂ ਮੈਂ ਡੰਗਰਾਂ ਨੂੰ ਛਡਾ ਕੇ ਲਿਆਇਆ ਉੱਥੇ ਤੇ ਫਿਰ ਮੈਂ ਵਰਮੀ ਕੰਪੋਸਟ ਦਾ ਪ੍ਰੋਜੈਕਟ ਲਾਤਾ, ਨਾਲ ਦੀ ਨਾਲ ਬਾਇਓ ਗੈਸ ਦਾ ਲਾਤਾ। ਫਿਰ ਮੈਂ ਕਿਹਾ ਵੀ ਹੁਣ ਸਾਨੂੰ ਹੋਰ ਪਾਸੇ ਨੂੰ ਖੇਤੀ ਨੂੰ ਡਿਪੈਂਡ ਕਰਨਾ ਚਾਹੀਦਾ, ਨਾ ਕਿ ਅਸੀਂ ਲੋਕਾਂ ਦੇ ਨਾਲ ਚੱਲੀਏ, ਅਲੱਗ ਖੇਤੀ ਕਰਨੀ ਚਾਹੀਦੀ। ਫਿਰ ਮੈਂ ਆਰਗੈਨਿਕ ਦੇ ਵੱਲ ਤੁਰ ਪਿਆ ਤੇ ਆਰਗੈਨਿਕ ਦੇ ਵਿੱਚ ਮੈਨੂੰ ਮੁਨਾਫਾ ਵੱਧ ਗਿਆ, ਫਿਰ ਮੈਨੂੰ ਸਵਾਦ ਆਉਣ ਲੱਗਾ ਇਸ ਗੱਲ ਦਾ। ਸੁੱਚਾ ਸਿੰਘ ਜੀ, ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਆਪਾਂ ਖੁਦ ਦੀਆਂ ਖਾਦਾਂ ਬਣਾਉਂਦੇ ਤਾਂ ਆਪਾਂ ਕਿਉਂ ਨਾ ਜ਼ਮੀਨ 'ਚ ਜ਼ਹਿਰਾਂ ਪਾਈਏ? ਕਿਉਂਕਿ ਇੱਕ ਹੁਣ ਨਾ ਟਰੈਂਡ ਚੱਲ ਗਿਆ ਜੀ ਜੈਵਿਕ ਖੇਤੀ, ਕੁਦਰਤੀ ਖੇਤੀ, ਮਤਲਬ ਬਹੁਤ ਵੱਡੇ ਲੈਵਲ ਦੇ ਉੱਤੇ। ਪਰ ਜਦੋਂ ਆਪਾਂ ਸੋਚਦੇ ਹਾਂ ਵੀ ਦੇਖੋ 1970 ਤੋਂ ਪਹਿਲਾਂ ਸਾਰਾ ਕੁਝ ਜੈਵਿਕ ਹੀ ਸੀ, ਇਹ ਤਾਂ ਹਜੇ ਹੋਈ 30 ਸਾਲ ਨੇ, 30 ਸਾਲ ਦੇ ਵਿੱਚ ਜਿਹੜਾ ਮਤਲਬ ਬੁਰਾ ਹਾਲ ਪੰਜਾਬ ਦਾ ਇਹਨਾਂ ਜ਼ਹਿਰਾਂ ਨੇ ਕੀਤਾ ਉਹ ਪਿਛਲੇ ਹਜ਼ਾਰਾਂ ਸਾਲਾਂ 'ਚ ਨਹੀਂ ਹੋਇਆ। ਤੇ ਹੁਣ ਆਪਾਂ ਆਨੇ ਜੀ ਜੈਵਿਕ ਖੇਤੀ, ਕੁਦਰਤੀ ਖੇਤੀ, ਵੀ ਜਿਵੇਂ ਪਤਾ ਨਹੀਂ ਕਿਹੜੇ ਮੰਗਲ ਗ੍ਰਹਿ ਤੋਂ ਖੇਤੀ ਆਉਣੀ ਹੁੰਦੀ ਹੈ। ਅਸਲ 'ਚ ਆਪਣੀ ਖੇਤੀ ਉਹੀ ਸੀ, ਆਪਾਂ ਆਪਣੀ ਖੇਤੀ ਭੁੱਲ ਗਏ। ਨਹੀਂ, ਇਹਦਾ ਮਤਲਬ ਇਹ ਆ, ਜਿਸ ਤਰ੍ਹਾਂ ਤੁਸੀਂ 70 ਤੋਂ ਪਹਿਲੇ ਦੀ ਗੱਲ ਕਰਦੇ ਆ ਨਾ, 70 ਤੋਂ ਪਹਿਲਾਂ ਤਾਂ ਮੈਂ ਵੀ ਆ, ਤੇ ਲੇਕਿਨ 70 ਤੋਂ ਪਹਿਲਾਂ ਇੰਨੇ ਅਮਲੀ ਵੀ ਨਹੀਂ ਸੀ ਹੁੰਦੇ ਵੀ ਜਿੰਨੇ ਅੱਜ ਅਮਲੀ ਆ। ਜਿਹੜੇ ਅਮਲੀ ਹੋਣਾ ਨਾ ਕੀ ਕਰ ਗਏ ਬਹੁਤ 70 ਤੋਂ ਬਾਅਦ? ਹਾਂ, 70 ਤੋਂ ਬਾਅਦ ਜਿਹੜੀ ਇਹ ਜੈਵਿਕ ਤੁਸੀਂ ਕਹਿੰਦੇ ਆ ਨਾ, ਅੱਜ ਜਿਹੜੀ ਜ਼ਮੀਨ ਅਮਲੀ ਬਣੀ ਹੋਈ ਆ, ਉਹਨੂੰ ਅਮਲਪਣੇ ਨੂੰ ਤੋੜਨੇ ਨੂੰ ਤਾਂ ਹੀ ਤਾਂ ਜਿਹੜਾ ਕੋਈ ਪੰਜਾਬ ਐਗਰੋ ਜਾਂ ਕੋਈ ਵੀ ਆ ਆਰਗੈਨਿਕ 3 ਸਾਲ ਬਾਅਦ ਕਾਹਤੇ ਬਣਦਾ। ਥਾਣਿਆਂ ਵਿੱਚ ਅਮਲੀ ਨੂੰ ਕਾਹਤੇ ਫੀਮ ਦਿੰਦੇ ਆ, ਨਹੀਂ ਅਮਲੀ ਮਰ ਜਾਊਗਾ। ਇਸ ਕਰਕੇ ਹੌਲੀ ਹੌਲੀ 3 ਸਾਲਾਂ ਦੇ ਵਿੱਚ ਉਹਦਾ ਜਿਹੜੀ ਕਿ ਜ਼ਹਿਰਾਂ ਉਹ ਖਤਮ ਹੋ ਜਾਂਦੀਆਂ। 3 ਸਾਲ ਸਾਨੂੰ ਉਹਨੂੰ ਯੂਰੀਆ ਦੇਣਾ ਹੀ ਪਊਗਾ, ਜ਼ਹਿਰਾਂ ਦੇਣੀਆਂ ਪਊਗੀਆਂ, ਕਿਉਂਕਿ ਨਹੀਂ ਉਹ ਫਸਲ ਪੈਦਾਵਾਰ ਨਹੀਂ ਦੇਊਗੀ। ਇਸੇ ਤਰ੍ਹਾਂ ਹੀ ਅਮਲੀ ਮਰ ਜਾਂਦਾ ਅਮਲ ਦੇ ਬਿਨਾਂ। ਤੇ 70 ਤੋਂ ਪਹਿਲਾਂ ਕੋਈ ਇਹ ਜਿਹੜਾ ਡਾਇਆ ਹੈ ਜਾਂ ਕੋਈ ਵੀ ਖਾਦ ਪਾਉਂਦਾ ਹੀ ਨਹੀਂ ਸੀ, ਘਰ ਦੀ ਰੂੜੀ ਪਾਉਂਦੇ ਸੀ। ਤੇ ਅੱਜ ਤਾਂ ਇਹ ਹਾਲਤ ਬਣੀ ਵੀ ਆ ਵੀ ਹਾਂ ਬਈ, ਮੈਨੂੰ ਵੀ ਕਹਿੰਦੇ ਸੀ ਬਈ ਜਦੋਂ ਮੈਂ ਨਵਾਂ ਬਾਈ ਮਾਰਦੇ ਯੂਰੀਏ ਦਾ ਛੱਟਾ, ਚਲੋ ਮੈਂ ਕਿਹਾ ਟਿਕ ਕੇ ਮੇਲਾ ਦੇਖੋ ਜਰਾ ਵੀ ਹੁੰਦਾ ਕਿਆ। ਸੋ ਅੱਜ ਤੁਹਾਡੇ ਸਾਹਮਣੇ ਵੀ ਕਿਆ ਹੋਇਆ। ਨਹੀਂ ਰਹੇ ਜੀ, ਅਗਲਾ ਕਹੇ ਢੇਰ ਕਿੱਥੋਂ ਪਾਵੇ। ਡੰਗਰ ਤਾਂ ਜੀ ਆਏ ਆ ਨਾ, ਕੋਈ ਬੰਦਾ ਕੰਮ ਕਰਕੇ ਨਹੀਂ ਰਾਜੀ। ਅਸੀਂ 70 ਕਿਲੋਮੀਟਰ ਤੇ ਆਉਂਦੇ ਸਾਨੂੰ ਸਰਕਾਰਾਂ ਸਨਮਾਨਿਤ ਕਰਦੀਆਂ, 70 ਕਿਲੋਮੀਟਰ ਅਸੀਂ ਜਾਂਦੇ ਆ, ਇੱਥੇ ਆ ਕੇ ਸਾਰਾ ਦਿਨ ਕੰਮ ਕਰਵਾਉਂਦੇ ਜਾਂ ਕਰਦੇ ਆ। ਤੇ ਇਹ ਜਿਹੜੇ ਇੱਥੇ ਤਾਸ਼ ਖੇਡਦੇ ਮੇਰੇ ਸਾਹਮਣੇ ਹੀ ਖੇਡ ਰਹੇ ਆ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਤੇ ਕੰਮ ਕਰਕੇ ਰਾਜੀ ਕੋਈ ਨਹੀਂ ਹੈਗਾ। ਭਈਆਂ ਤੇ ਕਰਾਉਂਦੇ ਜਿਹੜਾ ਕੋਈ ਹੁੰਦਾ, ਤੇ ਭਈਆਂ ਨੂੰ ਸਾਰਾ ਕੁਝ ਇਹਨਾਂ ਨਾਲ ਸੰਭਾਲਿਆ ਵਾ, ਘਰ-ਬਾਰ ਵੀ ਸੰਭਾਲਿਆ ਵਾ, ਖੇਤੀ ਵੀ ਸੰਭਾਲੀ ਵੀ ਆ, ਫਿਰ ਸੰਭਾਲਤਾ। ਹਾਂ, ਸਾਰਾ ਕੁਝ ਸੰਭਾਲਤਾ। ਜਿੱਦਾਂ ਕਣਕ ਕਿੰਨੀ ਸੋਹਣੀ ਵਿੱਚ ਖੜੀ ਹੈ ਇਹਦੇ ਪਪੂਲਰਾਂ ਦੇ ਵਿੱਚ, ਕਿਆ ਬਾਤਾਂ ਨੇ। ਨਹੀਂ ਹੁਣ ਨੂੰ ਤਾਂ ਕਿਸੇ ਨੇ ਪਾਣੀ ਪੂਣੀ ਲਾ ਕੇ, ਕਿਤੇ ਕਿਸੇ ਦੀ ਪੀਲੀ ਹੋਈ ਹੁੰਦੀ ਹੈ, ਕਿਤੇ ਕੋਈ ਗੁੱਲੀ ਡੰਡਾ ਹੁੰਦਾ, ਕਿਤੇ ਕੁਛ ਹੁੰਦਾ। ਫਿਰ ਪਾਪੜੇ ਦਾ ਨਾਂ ਵੀ ਤਾਂ ਦੇ ਆ ਨਾ ਫਿਰ ਐਡੀ ਤਾਂ ਤੁਸੀਂ ਵੀ ਕਿਉਂ ਆਵਾਂ ਜੇ ਇਹ ਨਾ ਹੋਵੇ। ਪਾਵਲਾ ਜੀ ਗੱਲ ਹੋਰ ਵੀ, ਹੁਣ ਜਿਵੇਂ ਤੁਸੀਂ ਨਾਲ ਦੀ ਨਾਲ ਦੇਖੋ, ਇੱਕ ਕਈ ਵਾਰ ਹੁੰਦਾ ਨਾ ਵੀ ਆਪਾਂ ਤੇ ਇੱਕ ਕੰਮ ਨਾਲ ਅੱਜ ਕੱਲ੍ਹ ਗੁਜ਼ਾਰਾ ਨਹੀਂ ਹੈਗਾ। ਜਿਵੇਂ ਹੁਣ ਆਮ ਜਿਹਾ ਕਹਿ ਦਿੰਦੇ ਨੇ ਵੀ ਅੱਗੇ ਤਾਂ ਸੀਗਾ ਵੀ ਬੰਦਾ ਕਮਾਉਂਦਾ, ਕਹਿੰਦੇ ਹੁਣ ਜੇ ਜਨਾਨੀ ਕਮਾਉਂਦੀ ਹੈ ਤਾਂ ਘਰ ਚੱਲਦਾ। ਖੇਤੀ 'ਚ ਆਪਾਂ ਲਾਉਂਦੇ ਹਾਂ ਨਾ, ਕਹਿੰਦੇ ਜੇ ਇਕੱਲੀਆਂ 2 ਫਸਲਾਂ ਕਰੀ ਜਾਓ ਫਿਰ ਵੀ ਕਿਸਾਨ ਜੱਟ ਦਾ ਗੁਜ਼ਾਰਾ ਨਹੀਂ, ਇਹਦੇ ਵਿੱਚ ਤੁਹਾਨੂੰ ਐਡ ਆਨ ਕਰਨਾ ਪੈਂਦਾ। ਹੁਣ ਤੁਸੀਂ ਪਪੂਲਰ ਲਾਇਆ, ਬੜੇ ਮਤਲਬ ਵਧੀਆ ਖੜੇ ਨੇ ਪਪੂਲਰ, ਉਹ ਇਹ ਕੰਮ ਤੁਸੀਂ ਕਦ ਤੋਂ ਵਿੱਚ ਜੋੜਿਆ? ਇਹ ਅਸੀਂ ਸ਼ੁਰੂ ਤੋਂ ਹੀ ਜੋੜਤਾ ਜੀ। ਵੈਸੇ ਤਾਂ ਜਦ ਤੋਂ ਜ਼ਮੀਨ ਲਈ ਤਾਂ ਜਦੇ ਜੋੜਤਾ ਸੀ। ਅਗਰ ਹੁਣ ਤੁਸੀਂ ਦੇਖੋ
ਕਣਕ ਆ ਸਰਕਾਰਾਂ ਵੀ 20 ਤਰ੍ਹਾਂ ਦੇ ਕੱਢਦੀਆਂ, ਲੱਲੇ ਭੰਬੇ ਕਰਦੀਆਂ, ਧਰਨੇ ਲਾਏ ਵੇ ਜ਼ਿਮੀਂਦਾਰ ਨਹੀਂ ਕਾਮਯਾਬ। ਤੇ ਹੁਣ ਜਿਸ ਤਰ੍ਹਾਂ ਸਾਡੀ ਚਲੋ ਕਣਕ ਘੱਟ ਹੋ ਜੂਗੀ, ਸਾਡਾ 4 ਸਾਲ 'ਚ 5 ਸਾਲ 'ਚ ਬੂਟਾ ਪੈਦਾ ਹੋ ਜਾਣਾ, ਵਧੀਆ ਹੋ ਜਾਣਾ। 5-6 ਲੱਖ ਰੁਪਈਆ ਕਿੱਲੇ ਦਾ ਸਾਨੂੰ ਬੂਟੇ ਦਾ ਬਣ ਜਾਂਦਾ ਤੇ ਕਾਮਯਾਬੀ ਆਪੇ ਹੀ ਆ। ਅੱਛਾ ਥੋੜੀ ਜ਼ਮੀਨ ਵਾਲਾ ਇਹ ਵੀ ਨਹੀਂ ਕੰਮ ਕਰ ਸਕਦਾ ਵੀ ਵਿੱਚ ਕਣਕ ਵੀ ਲਾ ਲਵੇ ਤੇ ਬੂਟੇ ਵੀ ਲਾ ਲਵੇ। ਤੇ ਦੂਈ ਗੱਲ ਆ ਵੀ ਜ਼ਿਮੀਂਦਾਰ ਕੰਮ ਕਰਕੇ ਰਾਜੀ ਨਹੀਂ ਹੈਗਾ ਅੱਜ ਕੋਈ ਵੀ। ਟੈਕਨੀਕ ਹੁਣ ਦੇਖੋ ਆ ਕਲਮ ਆ, ਇਹ 20 ਰੁਪਏ ਦੀ ਕਲਮ ਆ। ਅਗਰ ਮੈਂ 20 ਰੁਪਏ ਦੀ ਕਲਮ ਮੁੱਲ ਲੈ ਕੇ ਲਾਵਾਂ ਜਾਂ 25 ਦੀ ਲਾਵਾਂ ਤਾਂ ਮੇਰਾ ਖਰਚਾ ਕਿੰਨਾ ਹੋ ਗਿਆ। ਹੁਣ ਮੈਂ ਆਪਣੀ ਤਿਆਰ ਕਰ ਲਈ, ਮੇਰਾ ਕੋਈ ਵੀ ਖਰਚਾ ਨਹੀਂ ਹੋਇਆ। ਇਹ ਬਚਾਉਣ ਦੇ ਤਰੀਕੇ ਨੇ। ਉਹ ਵੀ ਆਪਣੇ ਬੀਜ ਆਪਣਾ ਆਪ ਤਿਆਰ ਕਰੋ, ਪਰ ਹੁਣ ਇੰਨੇ ਹੋ ਗਏ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਵੀ ਅਸੀਂ ਖੁਦ ਦਾ ਬੀਜ ਤਿਆਰ ਕਰ ਲਈ, ਖੁਦ ਦੀਆਂ ਕਲਮਾਂ ਤਿਆਰ ਕਰ ਹੁਣ ਤੁਸੀਂ ਕਲਮ ਨਾਲੇ ਤੁਸੀਂ ਸ਼ੁੱਧ ਬੀਜ ਵਧੀਆ ਜਿਹੜਾ ਚੰਗਾ ਗਰੋਥ ਕਰਦਾ ਅਸੀਂ ਉਹ ਲਾਇਆ ਹੋਇਆ। ਇਹ ਕਿਹੜਾ ਹੁਣ ਇਹ ਹੈਗਾ ਜੀ 109 110 ਤੇ G48 3 ਬੀਜ ਨੇ ਤੇ ਜਿੰਨੀ ਸਾਨੂੰ ਲੋੜ ਉਹਨੇ ਅਸੀਂ ਲਾ ਦੇਣੇ, ਬਾਕੀ ਵੇਚ ਦੇਣੇ ਆ। ਬਿਨਾ ਬਾਬਲਾ ਜੀ ਹੋਰ ਜਿਵੇਂ ਤੁਸੀਂ 32 ਏਕੜ ਦੇ ਵਿੱਚ ਆ, ਹੁਣ ਵੱਡੇ ਪੱਧਰ ਤੇ ਤੁਸੀਂ ਹੋਰ ਕੋਈ ਫਸਲਾਂ ਕਿਹੜੀਆਂ ਉਗਾਉਂਦੇ ਹੋ? ਇੱਕ ਤਾਂ ਵਰਮਿੰਗ ਕੰਪੋਸਟ ਹੋ ਗਿਆ, ਬਾਕੀ ਕਣਕ ਆਪਾਂ ਦੇਖ ਲਈ ਉਹ ਚ ਪਪੂਲਰ ਨੇ, ਹੋਰ ਵੀ ਕੋਈ? ਅਸੀਂ ਸਾਰੇ ਫਰੂਟ ਲਾਏ ਵੇ, ਦੇਖੋ ਤੁਹਾਡੇ ਸਾਹਮਣੇ 25 ਬੂਟੇ ਅੰਬਾਂ ਦੇ ਲਾਏ ਵੇ ਆ, ਨਿੰਬੂ ਵੀ ਲਾਏ ਵੇ ਆ, ਆਪਣਾ ਅਮਰੂਦ ਵੀ ਲਾਇਆ ਵਾ, ਜਾਣੀ ਸਾਰਾ ਫਰੂਟ ਆਪਣੇ ਪਰ ਲਾਇਆ ਵਾ। ਲੀਚੀ ਵੀ ਲਾਈ ਹੋਈ ਆ, ਮੱਛੀ ਵੀ ਰੱਖੀ ਹੋਈ ਆ। ਸਾਰੇ ਕੰਮ ਮਤਲਬ ਖੁਦ ਚਾਲੂ ਕਰੇ। ਕੰਡੇ ਆ, ਸਕੂਨ ਪੂਰਾ, ਸਕੂਨ ਪੂਰਾ, ਆਰਾਮਦਾਰੀ ਆ ਪੂਰੀ, ਇੱਥੇ ਠੰਡੀ ਹਵਾ। ਦੇਖੋ ਚੰਡੀਗੜ੍ਹ ਤੁਹਾਡੀ ਰਿਹਾਇਸ਼ ਹੈ, ਉੱਥੋਂ 70 ਮੈਂ ਕਹਿੰਦਾ 65-70 ਕਿਲੋਮੀਟਰ ਦੀ ਬਾਟ ਆਪਾਂ ਨੂੰ ਪੈ ਜਾਂਦੀ ਹੈ ਇੱਥੇ, ਫਿਰ ਆਉਣਾ ਜਾਣਾ? ਹਾਂਜੀ ਆਉਣਾ ਜਾਣਾ, ਇੱਥੇ ਵੀ ਰਹਿ ਚਾ ਉੱਥੇ ਵੀ ਰਹਿ ਚਾ, ਉੱਥੇ ਵੀ ਕੋਠੀ ਜਿੱਥੇ ਮਤਲਬ ਠੀਕ ਲੱਗਦਾ ਉੱਥੇ ਰਹਿ ਲੈਂਦੇ। 10 ਕਿਲੋਮੀਟਰ ਨਹੀਂ ਜਾ ਹੁੰਦਾ, ਜੇ ਪਿੰਡ ਦੀ ਮੋਟਰ ਦੂਰ ਉੱਥੇ ਨਹੀਂ ਗੇੜਾ ਵੱਜਦਾ। ਫਿਰ ਇਹੀ ਤਾਂ ਫਿਰ ਉਹ ਕਾਮਯਾਬ ਵੀ ਨਹੀਂ ਹੈਗੇ। ਉਹ ਤਾਂ ਟੋਬੇ ਦੇ ਖੂਹ ਦੇ ਡੱਡੂ ਵਾਲੀ ਗੱਲ ਆ। ਬਾਹਰ ਨਿਕਲੂਗਾ ਡੱਡੂ ਤਦੇ ਪਤਾ ਲੱਗੂਗਾ ਵੀ ਸੰਸਾਰ ਕਿੰਨਾ ਬੜਾ, ਉੱਥੇ ਥੋੜੀ ਪਤਾ ਲੱਗੂਗਾ। ਤੇ ਫਿਰ ਤੁਸੀਂ ਬਾਬਲਾ ਜੀ ਲੰਮਾ ਅਰਸਾ ਹੋ ਗਿਆ ਹੈ ਨਾ, ਹੋਰ ਵੀ ਕਈ ਤਜਰਬੇ ਹੁੰਦੇ ਨੇ ਜ਼ਿੰਦਗੀ ਦੇ। ਅੱਜ ਜਦੋਂ ਕਿਸਾਨੀ ਦੀ ਗੱਲ ਕਰਦੇ ਆ ਤਾਂ ਇਹਨੂੰ ਕਿਹਾ ਜਾਂਦਾ ਵੀ ਥੋੜਾ ਜਿਹਾ ਹੁਣ ਕਾਮਯਾਬ ਕੰਮ ਨਹੀਂ ਰਿਹਾ ਹੈ ਨਾ, ਤੇ ਇਹ ਜਿਹੜਾ ਬਣਦੀ ਜਾ ਰਹੀ ਹੈ ਧਾਰਨਾ ਜੀ, ਇਹਦੇ ਬਾਰੇ ਤੁਹਾਡੀ ਕੀ ਰਾਏ ਆ? ਦੇਖੋ ਜੀ ਕੰਮ ਬਿਲਕੁਲ ਵੀ ਮਾੜਾ ਨਹੀਂ ਹੈਗਾ, ਬੰਦਾ ਮਾੜਾ, ਬੰਦਾ ਮਾੜਾ। ਹੁਣ ਤੁਸੀਂ ਇਹ ਕੰਮ ਕਰਦੇ ਆ, ਜਦ ਤੁਸੀਂ ਨਿਕਲਣਾ ਹੀ 12-1 ਵਜੇ ਘਰ ਤੇ, ਇੰਨੇ ਨੂੰ ਦਿਨ ਛਿਪਣੇ ਵਾਲੇ ਜਾਂ ਧੁੰਦ ਪੈ ਜਾਣੀ, ਤਾਂ ਕੰਮ ਆਪੇ ਮਾੜਾ ਹੋ ਗਿਆ। ਕੰਮ ਕੋਈ ਵੀ ਮਾੜਾ ਨਹੀਂ ਹੈਗਾ, ਬੰਦਾ ਮਾੜਾ ਤੇ ਬੰਦੇ ਦਾ ਆਲਸ ਮਾੜਾ, ਆਲਸ ਵਿੱਚੇ ਆ ਗਿਆ ਜਦੋਂ ਨਿਕਲਣਾ ਹੀ ਨਹੀਂ ਕਰਦੇ। ਜੇ ਆਲਸ ਚੱਕੂਗਾ ਤਾਂ ਬੰਦਾ ਬਣੂਗਾ। ਹੁਣ ਕਈ ਸਾਡੇ ਵਰਗੇ ਦਾੜੀਆਂ ਬੰਨੇ ਜਾਂਦੇ 12 ਵਜੇ ਤੱਕ, ਉੱਥੇ ਪੱਗਾਂ ਸਵਾਰੀ ਜਾਂਦੇ ਵੀ ਪੱਗ ਨਾਲ ਥੋੜਾ ਕੰਮ ਆਉਣਾ। ਤੇ ਅਸੀਂ ਚਾਹੇ ਧੁੰਦ ਪੈਂਦੀ, ਹਨੇਰੀ ਚ ਪੈਂਦੀ, ਚਾਹੇ ਕੁਝ ਵੀ ਪੈਂਦਾ, ਅਸੀਂ ਫਾਰਮ 'ਚ ਪਹੁੰਚਣਾ ਹੀ ਪਹੁੰਚਣਾ। ਜਿਹੜਾ ਕੰਮ ਅਸੀਂ 1 ਦਿਨ ਤੇ ਚ ਕਰਾਉਣਾ, ਜੇ ਤੁਸੀਂ ਨਹੀਂ ਆਉਂਗੇ ਉਹ 8 ਦਿਨ ਚ ਕਰਨਾ ਨੌਕਰਾਂ ਨਾਲ, ਇਹੀ ਕਾਮਯਾਬੀ ਹੈ। ਤੇ ਫਿਰ ਜਿਹੜਾ ਤੁਸੀਂ ਬਾਹਰ ਰਹਿ ਕੇ ਆਏ ਹੋ, NRI ਲਾਈਫ ਹੈ, ਤੇ ਹੁਣ ਵਾਲੀ ਜ਼ਿੰਦਗੀ ਨੂੰ ਕਿੱਦਾਂ ਦੇਖਦੇ ਹੋ? ਹਾਂ ਆਪਣਾ ਵਤਨ ਆ, ਜਦੋਂ ਪੈਸੇ ਨਹੀਂ ਸੀਗੇ ਬਾਹਰ ਰਹਿ ਲਏ ਸੀਗੇ, ਹੁਣ ਪੈਸੇ, ਹੁਣ ਅਸੀਂ ਖੁਦ ਮਾਲਕ ਬਣ ਗਏ, ਜਦੋਂ ਅਸੀਂ ਮਜ਼ਦੂਰ ਸੀਗੇ। ਆਹ ਫਰਕ ਆ, ਇਹ ਮਾਲਕੀਦਾਰ ਤੇ ਉਹਦੇ ਦਾ ਫਰਕ ਹੈ, ਉਹ ਨੌਕਰ ਤੇ ਮਾਲਕ ਦਾ ਫਰਕ ਹੈਗਾ ਨਾ। ਮਾਲਕ ਨੂੰ ਅਧਿਕਾਰ ਆ, ਹੁਣ ਜਿੱਦਾਂ ਜੱਜ ਹੁੰਦਾ, ਜੱਜ ਨੂੰ ਅਧਿਕਾਰ ਆ, ਵਕੀਲ ਚਾਹੇ ਜੱਜ ਨਾਲੋਂ ਪੜ੍ਹਿਆ ਲਿਖਿਆ ਜ਼ਿਆਦਾ, ਚਾਹੇ ਕਿੰਨੇ ਹੁਸ਼ਿਆਰ ਆ, ਲੇਕਿਨ ਉਹਨੂੰ ਉੱਥੇ ਅਧਿਕਾਰ ਨਹੀਂ ਹੈਗਾ। ਤੇ ਇਸ ਜ਼ਿੰਦਗੀ ਦਾ ਇਹ ਫਰਕ ਆ, ਉੱਥੇ ਅਸੀਂ ਨੌਕਰ ਸੀ, ਉਰੇ ਅਸੀਂ ਮਾਲਕ। ਤੇ ਮਾਲਕ ਬਣੇ ਆ ਤਦ ਆਪਣੀ ਟੈਕਨੀਕ ਅੱਛੀ ਹੈ। ਤਬਲੀ ਗੱਲ ਰਹਿ ਗਈ ਆਪਣੇ, ਹੁਣ ਜਿਹੜਾ ਤੁਸੀਂ ਕਰਦੇ ਹੋ ਆਪਣੇ ਵਰਮੀ ਕੰਪੋਸਟ ਤਿਆਰ ਕਰਦੇ ਹੋ, ਇਹਦੀ ਸਪਲਾਈ ਫਿਰ ਕਿੱਦਾਂ ਕਰਦੇ ਹੋ? ਜੇ ਕਿਸੇ ਫਾਰਮਰ ਨੂੰ ਚਾਹੀਦਾ ਆ ਤਾਂ ਕਿੱਦਾਂ ਤੁਸੀਂ ਇਹਦਾ ਰੇਟ ਕੀ ਰੱਖਿਆ ਹੋਇਆ, ਕਿੱਦਾਂ ਪਹੁੰਚ ਕਰਦੇ ਹੋ? ਇਹਦੀ ਅਸੀਂ ਪਹੁੰਚ ਨਹੀਂ, ਗੱਡੀ ਕਰਕੇ ਦੇ ਦਿੰਦੇ ਆ। ਸਾਡਾ ਉਰੇ ਤੇ 6 ਰੁਪਏ ਕਿਲੋ ਮੁੱਲ ਆ, ਗੱਡੀ ਅਗਲੇ ਦੀ ਆ, ਚਾਹੇ ਅਸੀਂ ਕਰਕੇ ਭੇਜੀਏ, ਕਿਰਾਇਆ ਉਹਦਾ, ਅਸੀਂ ਲੋਡ ਕਰਕੇ ਦੇ ਦੇਣਾ। ਉਦੋਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਕੀ ਰੇਟ ਰੱਖਿਆ ਸੀ ਤੇ ਹੁਣ ਤਾਂ ਕਿੰਨਾ ਫਰਕ ਪੈ ਗਿਆ? ਕੋਈ ਫਰਕ ਨਹੀਂ ਜੀ ਹੈਗਾ। ਜਦ 5 ਰੁਪਏ ਦੇ ਦਿੰਦੇ ਸੀਗੇ ਤੇ ਹੁਣ ਵੀ 5 ਰੁਪਏ ਦੇ ਦਿੰਦੇ ਬਥੇਰਿਆਂ ਨੂੰ, ਐਸੀ ਗੱਲ ਨਹੀਂ ਹੈਗੀ, ਉਹ ਤਾਂ ਆਪਣੇ ਹੱਥ ਵਿੱਚ ਹੀ ਆ, ਕਿਹੜਾ ਕੋਈ ਹੋਣਾ। ਕਹਿਣ ਦਾ ਮਤਲਬ ਮਿਹਨਤ ਕਿੰਨੀ ਆਉਂਦੀ ਆ, ਅਗਲਾ ਦੂਜੇ ਵੀ ਸੋਚ ਕੇ ਲਾਉਂਦੇ ਆ ਨਾ ਵੀ ਸਾਨੂੰ 4 ਪੈਸੇ ਬਚਣ, ਤਾਂ ਮੇਰਾ ਕਹਿਣ ਦਾ ਮਤਲਬ ਜੀ 5-6 ਰੁਪਏ ਨੂੰ ਜੇ ਆਪਾਂ ਦਿੰਨੇ ਆ ਤਾਂ ਇਹਦੇ ਵਿੱਚ ਬਚਾਉਣ ਨੂੰ ਹੈ ਕੰਮ? ਦੇਖੋ ਜੇ ਤੁਹਾਡਾ ਕੰਮ ਸਹੀ ਹੈ, ਬਚਣ ਨੂੰ ਹੈਗਾ, ਬਚਣ ਨੂੰ ਸਭ ਕੁਝ ਹੈਗਾ। ਜੇ ਕੰਮ ਤੁਹਾਡਾ ਠੀਕ ਆ, ਕੰਪੋਸਟ ਠੀਕ ਆ, ਖਰਚਾ ਘੱਟ ਕਰਿਆ ਤੁਸੀਂ, ਅੱਛਾ ਮਾਲ ਸਹੀ ਬਣਾ ਲਿਆ, ਜੇ ਦੇਖਭਾਲ ਨਹੀਂ ਕਰੋਗੇ ਫਿਰ ਘਾਟਾ ਪੈ ਜਾਊਗਾ। ਸਹੀ ਮਾਲ ਦੀ ਨਿਸ਼ਾਨੀ ਕੀ ਆ ਹਨਾ, ਵੀ ਇੱਕ ਹੁੰਦਾ ਵੀ ਅਗਲੇ ਨੇ ਖਰੀਦਣਾ ਵੀ, ਮੰਨ ਲਓ ਕੋਈ ਬੰਦਾ ਕਿਸੇ ਕੋਲ ਗਿਆ, ਉਹ ਕਹਿੰਦਾ ਦੇਖੋ ਪਾਵਲ ਆ ਜੀ ਤਾਂ 6000 ਰੁਪਏ ਲਾਉਂਦੇ ਨੇ, ਉਹ ਫਲਾਣੀ ਜਗ੍ਹਾ ਤੋਂ 5 ਰੁਪਏ, 1 ਰੁਪਏ ਨਾਲੇ ਫਰਕ ਬਹੁਤ ਪੈ ਜਾਂਦਾ। ਤਾਂ ਮਤਲਬ ਇਹ ਚੀਜ਼ ਦਾ ਆਪਾਂ ਨੂੰ ਪਤਾ ਕਿੱਦਾਂ ਲੱਗੇ ਵੀ ਆਹ ਮਾਲ ਵਧੀਆ ਆ ਜਾਂ ਆਹ ਮਾਲ ਉਹ ਹੈਗਾ ਆ, ਆਹ ਪੱਧਰ ਦਾ ਹੈਗਾ ਆ? ਮੈਨੂੰ ਇੱਕ ਕੁੱਲੂ ਤੇ ਫੋਨ ਆਇਆ, ਅੱਜ ਤੇ 1.5 ਸਾਲ ਪਹਿਲਾਂ ਦੀ ਗੱਲ ਆ। ਜਦੋਂ ਕੁੱਲੂ ਤੇ ਫੋਨ ਆਇਆ, ਉਹ ਕਹਿੰਦਾ ਜੀ ਫਲਾਣੀ ਜਗ੍ਹਾ 3 ਰੁਪਏ ਨੂੰ ਮਿਲਦਾ। ਮੈਂ ਕਿਹਾ ਵੀ ਤੁਸੀਂ 3 ਨੂੰ ਕਹਿੰਦੇ ਆ, 2 ਨੂੰ ਵੀ ਮਿਲ ਜਾਊਗਾ।
ਮੇਰੇ ਤੇ ਲੈ ਲਓ ਦੋ ਨੂੰ। ਮੈਂ ਕਿਹਾ ਤੁਸੀਂ ਆ ਜਾਓ, ਤੁਹਾਨੂੰ ਪਤਾ ਲੱਗ ਜਾਊਗਾ। ਆ ਗਿਆ, ਫਿਰ ਮੈਨੂੰ ਕਹਿਣ ਲੱਗੇ 6 ਤੇ 7 ਲੈ ਲਓ। ਇਹ ਤਾਂ ਮੈਨੂੰ ਲੱਗ ਗਿਆ ਪਤਾ, ਜੇ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਵੀ 2 ਵਾਲਾ ਲੈਣਾ। ਨਹੀਂ ਫਿਰ ਕੀ ਹੈ ਕਿ ਕੋਈ ਗੱਲ ਕਈ ਵਾਰ ਆਪਣੇ ਸੁਰਤੇ ਕੋਈ ਵੀਰ ਦੇਖਦਾ ਆ ਤਾਂ ਉਹ ਕਿਹੜੀ ਜੇ ਕਿਤੇ ਲੈਣ ਜਾਂਦਾ ਆ ਤਾਂ ਪਤਾ ਕਿਦਾਂ ਲੱਗਦਾ ਕੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਇਹਦੇ ਬਾਰੇ ਦੇ ਚ। ਅਸਲੀ ਇਹਦੀ ਜਿਹੜੀ ਅਸਲੀ ਜਿਹੜੀ ਉਧਰ ਮੇਰੇ ਪਾਸ ਪੂਨੇ ਤੇ ਡਾਕਟਰ ਆ ਗਏ ਅੱਜ ਜਦੋਂ ਕਰੋਨਾ ਹੋਇਆ ਸੀ ਤੇ ਪਹਿਲਾਂ ਆਏ ਸੀਗੇ। ਜਦੋਂ ਉਹਨਾਂ ਨੇ ਮੇਰਾ ਕੰਪੋਸਟ ਦੇਖਿਆ, ਉਹਨਾਂ ਮੈਨੂੰ ਪਤਾ ਸੀ ਵੀ ਇਹ ਕੰਪੋਸਟ ਨੂੰ ਕਿਆ ਕਰੂਗਾ। ਉਹਨਾਂ ਮੇਰੀ ਢੇਰੀ ਭਰਤੇ, ਕੰਪੋਸਟ ਦੀ ਮੁੱਠੀ ਭਰੀ, ਨਾਸਾਂ ਨੂੰ ਲਾ ਲਈ, ਲਾਈ ਵੀ ਨੱਕ ਨੂੰ ਲਾਈ ਵੀ, ਖਿੱਚਿਆ, ਮੈਨੂੰ ਪਤਾ ਹੀ ਸੀਗਾ। ਤੇ ਫਿਰ ਉਹਨਾਂ ਸਿੜਤੀ, ਤੇ ਜਦੋਂ ਉਸ ਨਾਲ ਮਤਲਬ ਕਿ ਮੁੱਠੀ ਸਿੜਤੀ ਯਾਰ ਖੁਸ਼ਬੂ ਦੇਖ ਲਈ ਲੈ ਕੇ। ਇੱਕ ਤਾਂ ਇਹਦੇ ਵਿੱਚ ਕੋਈ ਮੁਸ਼ਕ ਨਹੀਂ ਆਉਣਾ ਚਾਹੀਦਾ, ਕੋਈ ਵੀ, ਬਿਲਕੁਲ ਕੋਈ ਵੀ ਸਮੈਲ ਨਹੀਂ ਆਉਣੀ ਚਾਹੀਦੀ। ਦੂਜਾ ਇਹ ਜਦੋਂ ਅਸੀਂ ਇਹ ਕਰ ਲਿਆ, ਲੱਡੂ ਬਣ ਕੇ ਉਹ ਮਤਲਬ ਖਿਲਰ ਜਾਵੇ, ਨਾ ਕਿ ਇਹ ਬੇਸਣ ਬਣ ਜਾਵੇ। ਹਾਂ ਹਾਂ, ਜਦੋਂ ਲੱਡੂ ਤੁਸੀਂ ਬਣਾ ਲਿਆ, ਲੇਕਿਨ ਲੱਡੂ ਨੂੰ ਖੁੱਲ੍ਹ ਜਾਣਾ ਚਾਹੀਦਾ। ਮੈਂ ਤੁਹਾਨੂੰ ਕਰਕੇ ਦਿਖਾਉਂਦਾ ਹੁਣੇ, ਇਹਦੇ ਚ ਨਾਲੇ ਐਡ ਕਰ ਲਓ ਤੁਸੀਂ ਆਪਣਾ ਪਛਾਣਾ। ਬਾਕੀ ਨਈਆਂ ਨੂੰ ਕਿ ਹੁਣ ਜਿਹਨੂੰ 2 ਰੁਪਏ ਦੇ ਦੇਣਾ ਉਹਨੂੰ ਚੱਕ ਕੇ ਗੋਹਾ ਦੇ ਦਿਓ ਅੱਧਾ, ਉਹ 4 ਰੁਪਏ ਨੂੰ ਲੈ ਜਾਵੇ। ਠੀਕ ਹੈ ਨਾ। ਹੁਣ ਟਰਾਲੀ ਦੇ ਵਿੱਚ 40 ਕੁਇੰਟਲ ਗੋਹਾ ਪੈਂਦਾ ਹੈ, ਤੇ ਅਸੀਂ ਇਹਦੇ ਚੋਂ ਕੱਢਦੇ ਕਿੰਨਾ? ਅਸੀਂ ਇਹਦੇ ਚੋਂ 40 ਦੇ ਵਿੱਚੋਂ ਆਪਣਾ 17 ਕੁਇੰਟਲ ਕੱਢਦੇ ਹਾਂ, ਬਾਕੀ ਸਾਰਾ ਉੱਡ ਜਾਂਦਾ। 40 ਕਿਲੋ ਪਾ ਕੇ ਜੋ 17 ਕਿਲੋ ਨਿਕਲਦਾ। ਹਾਂਜੀ 17 ਕੁਇੰਟਲ ਹਾਂ, ਇੰਨਾ ਮਾਲ ਬਣਾਉਂਦੇ ਹਾਂ ਅਸੀਂ। ਫਿਰ ਜੇ ਤੁਸੀਂ ਦੂਆ ਦੇਣਾ ਉਹਨੂੰ ਹੋਰ ਦੇ ਦਿਓ ਗਿੱਲਾ। ਆ ਜਾਓ ਆਪਾਂ ਦੇਖ ਲੈਂਦੇ। ਇਹ ਦੇਖੋ ਮਾਲ, ਇਹ ਦੇਖੋ ਜੀ, ਇਹ ਦੇਖੋ ਹੁਣ ਤੁਹਾਡੇ ਸਾਹਮਣੇ ਹੈ। ਇਹਨੂੰ ਖੁਸ਼ਬੂ ਲੈ ਕੇ ਦੇਖੋ, ਲੈ ਲਓ ਜਿੰਨੀ ਮਰਜ਼ੀ। ਕੋਈ ਆਈ ਆ? ਨਹੀਂ ਆਈ ਨਾ। ਹੁਣ ਇਹ ਲੱਡੂ ਬਣ ਗਿਆ, ਦੇਖੋ ਬਣ ਗਿਆ। ਹੁਣ ਇੱਧਰ ਨੂੰ ਮੂੰਹ ਕਰ ਲਓ, ਇਹ ਦੇਖੋ ਕਿੱਥੇ ਗਿਆ ਲੱਡੂ। ਜਿੱਦਾਂ ਜਾਦੂਗਰ ਹੁੰਦਾ ਨਾ ਕੋਈ, ਵੀ ਉਹ ਕਹਿੰਦਾ ਵੀ ਰੁਪਈਆ ਸਿੱਟਿਆ ਸੀ ਇੱਥੇ ਤੇ ਹੁਣ ਖਾਲੀ ਨਿਕਲਿਆ, ਦੇਖ ਲਓ ਹੈ ਕੋਈ ਦਾਣਾ। ਇਹ ਕਰਾਮਾਤ ਨੇ। ਇਹ ਪਛਾਣ ਹੈ ਵੀ ਡਰਾਈ ਹੋਣੀ ਚਾਹੀਦੀ ਹੈ ਪੂਰੀ, ਨਾ ਤਾਂ ਵਿੱਚੋਂ ਸਮੈਲ ਆਵੇ ਨਾ। ਨਹੀਂ, ਅਗਰ ਤੁਸੀਂ ਫਰਜ਼ ਕਰੋ ਸੁੱਕੀ ਆ, ਉਹਦੇ 'ਚ ਵੀ ਤਾਕਤ ਨਹੀਂ ਰਹੀ। ਲੱਡੂ ਬਣਨਾ ਚਾਹੀਦਾ, ਠੀਕ ਹੈ, ਲੱਡੂ ਬਣਨਾ, ਲੇਕਿਨ ਲੱਡੂ ਖਿੜਨਾ ਚਾਹੀਦਾ, ਨਾ ਪਾਣੀ ਹੋਣਾ ਚਾਹੀਦਾ, ਸਿੱਧਾ ਹੀ ਵੱਜੇ। ਹਾਂ ਇਹ ਹੈ, ਇਹ ਡਰਾਈ ਨਹੀਂ, ਡਰਾਈ ਤੇ ਵੀ ਤਾਕਤ ਖਤਮ ਹੋ ਗਈ ਤੇ ਤਾਕਤ ਨਹੀਂ ਨਾ ਰਹੀ ਇਹਦੇ 'ਚ। ਇਹਦੀ ਅਸਲੀ ਕੰਪੋਸਟ ਹੈ, ਔਰ ਚਾਹ ਪੱਤੀ ਬਣ ਜਾਂਦੀ ਹੈ। ਜੀ ਹੋਰ ਸਾਡੇ ਜਿਹੜੇ ਕਿਸਾਨ ਭਰਾ ਦੇਖ ਰਹੇ ਉਹਨਾਂ ਲਈ ਤੁਹਾਡਾ ਖੇਤੀ ਨਾਲ ਸੰਬੰਧੀ ਜਾਂ ਕੀ ਸੁਨੇਹਾ ਕੀ? ਹਾਂ ਮੇਰਾ ਤਾਂ ਦੇਖੋ ਇਹੀ ਸੁਨੇਹਾ ਵੀ ਖਰਚੇ ਨੂੰ ਘਟਾ ਦਿਓ, ਜਿੱਥੇ ਵੀ ਤੁਹਾਡਾ ਘਟਦਾ। ਛੋਟੇ ਟਰੈਕਟਰ ਲਓ ਜਿੰਨੀ ਤੁਹਾਨੂੰ ਲੋੜ ਆ। ਹੁਣ ਮੇਰੇ ਵਰਗੇ ਪਾਸ 10 ਕਿੱਲੇ 5 ਕਿੱਲੇ 4 ਕਿੱਲੇ ਜ਼ਮੀਨ ਨਹੀਂ ਹੁੰਦੀ, ਜੇ ਮੈਂ ਟਰੈਕਟਰ ਅਰਜਨ ਲੈ ਕੇ ਖੜਾ ਲਵਾਂ ਮੈਂ ਤਾਂ ਮਰਨਾ ਹੀ ਆ, ਕਿਸ਼ਤਾਂ ਨਹੀਂ ਪੂਰੀਆਂ ਹੋਣੀਆਂ। ਆਪ ਦੇ ਪਨੇ ਨੂੰ ਦੇਖ ਕੇ ਚੱਲੋ। ਖੇਤੀ ਦੇ 'ਚ ਕੋਈ ਕੰਮ ਘਾਟਾ ਨਹੀਂ, ਕੋਈ ਕੁਛ ਨਹੀਂ, ਸਭ ਕੁਝ ਸਾਰਾ ਕੁਛ ਆਏਗਾ, ਪਰ ਲੇਕਿਨ ਸੱਚੇ ਮਨ ਨਾਲ ਖੁਦ ਕੰਮ ਕਰੋ ਕੁਛ, ਤੇ ਆਪਣੀ ਮਸ਼ੀਨਰੀ ਆਪਣੇ ਪਹੁੰਚ ਜੋਗੀ ਲਓ। ਇਹ ਨਹੀਂ ਕਿ ਤੁਸੀਂ ਚੱਕ ਕੇ ਵੀ ਲੈ ਲਓ ਅਰਜਨ ਟਰੈਕਟਰ ਤੇ ਤੁਹਾਡੇ ਪਾਸ 5 ਕਿੱਲੇ 4 ਕਿੱਲੇ 2 ਕਿੱਲੇ ਜ਼ਮੀਨ ਕਿਸ਼ਤਾਂ ਲਾਈ ਜਾਓ, ਸਰਕਾਰਾਂ ਤੇ ਮਾਫ ਕਰਾਉਂਦੇ ਫਿਰੋ। ਇਹ ਨਹੀਂ ਹੋਣਾ ਚਾਹੀਦਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਤੇ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੇ ਲਈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਤੁਸੀਂ ਐਡੀ ਦੂਰ। ਚਲੋ ਮੈਂ ਤਾਂ ਕਹਿੰਦਾ ਵੀ ਤਾਪਦੀਆਂ ਰੋਈਆਂ ਪੁੰਨੂਆਂ ਸੜਦਾ ਵੀ ਮੈਂ ਤਾਂ ਜਿੱਥੋਂ ਤੁਸੀਂ ਆਉਂਦੇ ਉੱਥੋਂ ਹੀ ਅਸੀਂ ਆ ਗਏ। ਚਲੋ ਫਿਰ ਵੀ ਉਹ ਤਾਂ ਉਰੇ ਆ ਕੇ ਪਤਾ ਲੱਗਿਆ ਵੀ ਦੀਵੇ ਤੇ ਅੰਧੇਰਾ ਸੀਗਾ। ਪਹਿਲਾਂ ਤਾਂ ਆਹੀ ਸੀਗਾ ਵੀ ਪਤਾ ਨਹੀਂ ਕਿੱਥੇ ਆ, ਵੀ ਕਿੰਨੀ ਦੂਰ ਆ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਅੱਜ ਦੇ ਅੰਦਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੁੱਚਾ ਸਿੰਘ ਪਾਬਲਾ ਜੀ ਉਹਨਾਂ ਦੇ ਨਾਲ, ਉਹਨਾਂ ਦੀ ਖੇਤੀਬਾੜੀ ਦੇ ਬਾਰੇ, ਖਾਸ ਤੌਰ ਉੱਤੇ ਗੰਡੋਏ ਦੀ ਖਾਦ ਕਿਵੇਂ ਤਿਆਰ ਕਰਨੀ ਆ, ਕਿਸ ਤਰੀਕੇ ਦੇ ਨਾਲ ਗੰਡੋਇਆਂ ਦਾ ਖਿਆਲ ਰੱਖਣਾ ਤੇ ਅਜਿਹੀ ਖਾਦ ਕਿਹੜੀ ਹੁੰਦੀ ਹੈ ਜਿਹੜੀ ਪਾਉਣ ਲਈ ਵੀ ਚੰਗੀ ਹੋਵੇ, ਪਛਾਣ ਕਿੱਦਾਂ ਕਰਨੀ ਆ, ਤੇ ਨਾਲ ਦੀ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਉਹਨਾਂ ਦੀ ਕੁਦਰਤੀ ਖੇਤੀ ਬਾਰੇ ਗੱਲਬਾਤ ਕੀਤੀ। ਸੋ ਤਮਾਮ ਜਾਣਕਾਰੀ ਅੱਜ ਦੇ ਕਿਸਾਨਾਂ ਦੇ ਲਈ ਇੱਕ ਸੇਧ ਦਿੰਦੀ ਹੈ ਕਿ ਜੇਕਰ ਤੁਸੀਂ ਸ਼ਿੱਦਤ ਨਾਲ ਮਿਹਨਤ ਕਰਦੇ ਹੋ ਤਾਂ ਖੇਤੀ ਵਿੱਚ ਕਮਾਉਣ ਨੂੰ ਬਹੁਤ ਕੁਝ। ਭਾਵੇਂ ਅੱਜ ਅਸੀਂ ਰੇਹਾਂ ਸਪਰੇਹਾਂ ਕਰਜ਼ੇ ਲੈ ਕੇ ਜ਼ਮੀਨਾਂ ਵੀ ਆਪਣੀਆਂ ਮਾਰ ਲਈਆਂ ਤੇ ਆਪਣਾ ਸਿਰ ਆ ਜਿਹੜੇ ਉਹ ਕਰਜ਼ੇ ਦੀ ਪੰਡ ਵੀ ਵਧਾ ਲਈ ਆ, ਪਰ ਜੇਕਰ ਇਸ ਕਰਜ਼ੇ ਦੀ ਪੰਡ ਨੂੰ ਸਿਰੋਂ ਲਾਉਣਾ, ਜ਼ਿੰਦਗੀ ਨੂੰ ਸੌਖਾ ਕਰਨਾ, ਤਾਂ ਤੁਹਾਨੂੰ ਨਾਲ ਦੀ ਨਾਲ ਕੁਝ ਹੋਰ ਸਹਾਇਕ ਕੰਮ ਵੀ ਕਰਨੇ ਪੈਣੇ ਨੇ। ਉਹ ਸਮਾਂ ਸੀ ਜਦੋਂ ਪੰਜਾਬ ਦੇ ਹਰ ਘਰ ਦੇ ਵਿੱਚ ਜਿਹੜਾ ਕਟਰੂ ਬਸ਼ਰੂ ਮੱਝਾਂ ਗਾਂ ਹੁੰਦੀਆਂ ਸੀ, ਪਰ ਹੁਣ ਜਿਹੜੇ ਉਹ ਖੋਲੀਆਂ ਖਾਲੀ ਹੋ ਗਈਆਂ ਨੇ, ਵਿਹੜੇ ਪੱਕੇ ਹੋ ਗਏ ਨੇ। ਪਰ ਇਹ ਤੁਹਾਡੀ ਖੇਤੀ ਦਾ ਇੱਕ ਅਹਿਮ ਹਿੱਸਾ ਹਨ,
ਕਿਉਂਕਿ ਜੇਕਰ ਪਸ਼ੂ ਧਨ ਤੁਹਾਡੇ ਕੋਲ ਹੈ ਤਾਂ ਖੇਤਾਂ ਵਿੱਚ ਜਿਹੜੀ ਤੁਸੀਂ ਜ਼ਹਿਰਾਂ ਪਾਉਣੀਆਂ ਨੇ ਉਹਦਾ ਖਰਚਾ ਕਿਤੇ ਨਾ ਕਿਤੇ ਜ਼ਰੂਰ ਬਚਦਾ ਆ। ਤਾਂ ਛੋਟੇ ਪੱਧਰ ਉੱਤੇ ਹੀ ਕਿਸਾਨਾਂ ਨੂੰ ਆਪਣਾ ਇੱਕ ਅੱਡ ਤੋਂ ਖਾਦ ਯੂਨਿਟ ਲਗਾਉਣ ਦੀ ਵੀ ਲੋੜ ਹੈ। ਸੋ ਹੋਰ ਬਹੁਤ ਸਾਰੀ ਜਾਣਕਾਰੀ ਨੂੰ ਸਾਂਝੀ ਕੀਤੀ ਗਈ। ਉਮੀਦ ਕਰਦਾ ਕਿ ਦਰਸ਼ਕਾਂ ਦੇ ਲਈ ਇਹ ਲਾਹੇਵੰਦ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਫਲ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।